पंदेर साहब, सुमन तूर नामक एक महिला ने नवजोत सिंह सिद्धू ते बड़े गंभीर दोष लगाए ने। इन्हां नूं हाफ सिस्टर कहा जा रहा नवजोत सिंह सिद्धू दे। ये कौन ने जी? बिल्कुल जी, कल इस प्रैस कॉन्फ्रेंस ने घसमान पाता पंजाब दे विच, स्पैशली सोशल मीडिया दे उत्ते। वासु जी, जिहड़ा मेन मीडिया है ਉਹਨੇ ਤਾਂ ਕੋਈ ਜ਼ਿਆਦਾ ਤਰਜੀਹ ਨਹੀਂ ਦਿੱਤੀ, ਥੋੜਾ ਜਿਹਾ ਨੋਟਿਸ ਲਿਆ, ਬਟ ਸੋਸ਼ਲ ਮੀਡੀਆ ਦੇ ਉੱਤੇ ਇਹ ਬਹੁਤ ਵੱਡੀ ਡਿਸਕਸ਼ਨ ਦਾ ਇੱਕ ਸਬਜੈਕਟ ਬਣ ਗਿਆ। ਇਹਦੇ ਹਾਲੇ ਜਿਹੜੀ ਅਸਲੀਅਤ ਹੈ ਉਹ ਤਾਂ ਸਾਹਮਣੇ ਬਾਅਦ ਚੋਂ ਆਊਗੀ ਜੀ, ਪਰ ਇਹ 2-3 ਵੀਡੀਓਜ਼ ਇਸ ਵੇਲੇ ਚੱਲ ਰਹੀ ਹੈ। ਇੱਕ ਤਾਂ ਨਵਜੋਤ ਸਿੱਧੂ ਦੀ ਆਪਣੀ ਹੈ, ਜਿਹਦੇ ਵਿੱਚ ਉਹ ਕਹਿੰਦੇ ਉਹ 2 ਭੈਣਾਂ ਤੇ 1 ਭਰਾ ਨੇ, ਔਰ ਉਹਨਾਂ ਦੀਆਂ ਭੈਣਾਂ, ਇੱਕ 13 ਸਾਲ ਉਹਨਾਂ ਤੋਂ ਵੱਡੀ, ਦੂਸਰੀ ਭੈਣ 16 ਸਾਲ ਵੱਡੀ ਹੈ। ਇਹ ਜਿਹੜੀ ਸੁਮਨ ਤੂਰ ਹੈ, ਇਹ ਆਪਣੇ ਆਪ ਨੂੰ ਉਸ ਤੋਂ 13 ਸਾਲ ਵੱਡੀ ਭੈਣ ਦੱਸ ਰਹੀ, ਜਿਹੜੀ ਬਈ ਛੋਟੀ ਭੈਣ ਹੈ, ਜਿਹੜੀ ਨਵਜੋਤ ਤੋਂ ਛੋਟੀ ਨਹੀਂ, ਭੈਣਾਂ ਚੋਂ ਛੋਟੀ ਹੈ। ਪਰ ਕਾਫੀ ਗੰਭੀਰ ਇਲਜ਼ਾਮ ਲਗਾਏ ਨੇ ਕਿ ਜਾਇਦਾਦ ਪਿੱਛੇ ਜਦੋਂ ਨਵਜੋਤ ਸਿੱਧੂ ਦੇ ਫਾਦਰ ਸਰਦਾਰ ਧਨਵੰਤ ਸਿੰਘ ਉਹਨਾਂ ਦੀ ਮੌਤ ਹੋ ਗਈ ਸੀਗੀ, ਉਸ ਤੋਂ ਬਾਅਦ ਨਵਜੋਤ ਸਿੱਧੂ ਨੇ ਆਪਣੀ ਮਾਂ ਨੂੰ ਘਰੋਂ ਕੱਢ ਦਿੱਤਾ। ਪਰ ਇਸ ਤੋਂ ਪਹਿਲਾਂ ਇੱਕ ਹੋਰ ਵੀਡੀਓ ਦੇ ਵਿੱਚ ਨਵਜੋਤ ਸਿੱਧੂ ਬੜੇ ਇਮੋਸ਼ਨਲ ਹੋ ਕੇ ਇਹ ਦੱਸ ਰਹੇ ਆ ਕਿਸ ਤਰ੍ਹਾਂ ਕਿ ਉਹਨਾਂ ਦੀ ਮਦਰ ਨੇ ਉਹਨਾਂ ਨੂੰ ਬੜਾ ਔਖਾ ਜਨਮ ਦਿੱਤਾ, ਕਿ ਇੱਕ ਮੈਡੀਕਲ ਕੰਡੀਸ਼ਨ ਸੀ ਜਿਹਦੇ ਵਿੱਚ ਦੋਨਾਂ ਦੀ ਜਾਨ ਨੂੰ ਖਤਰਾ ਸੀ। ਬੜੀ ਇਮੋਸ਼ਨਲ ਗੱਲ ਦੱਸੀ, ਔਰ ਜਿਹੜਾ ਉਹਦਾ ਕਾਰਨ ਇਹ ਆ, ਉਹ ਦੱਸਣ ਦਾ ਕਾਰਨ ਇਹ ਸੀ, ਉਹਦੇ ਚ ਨਵਜੋਤ ਸਿੱਧੂ ਇਹ ਕਹਿ ਰਹੇ ਆ ਕਿ ਲੋਕੀ ਉਹਨਾਂ ਤੇ ਸਵਾਲ ਉਠਾਉਂਦੇ ਆ ਕਿ ਉਹ ਇੱਕ ਪਾਸੇ ਤਾਂ ਹਿੰਦੂ ਰੀਤੀ ਰਿਵਾਜਾਂ ਦੇ ਨਾਲ ਪਾਠ ਪੂਜਾ ਕਰਦੇ ਆ, ਧਿਆਨ ਕਰਦੇ ਆ, ਔਰ ਸਾਰਾ ਕੁਛ ਉਹ ਵੀ ਜਾਂਦੇ ਆ, ਔਰ ਮਾਤਾ ਵੈਸ਼ਨੋ ਦੇਵੀ ਦੇ ਭਗਤ ਵੀ ਨੇ। ਦੂਸਰੇ ਪਾਸੇ ਸਿੱਖ ਨੇ, ਔਰ ਉਹ ਜੋ ਕਹਿੰਦੇ ਕਿ ਮੇਰਾ ਪਿਤਾ ਸਿੱਖ ਹੈ ਔਰ ਮੇਰੀ ਮਾਤਾ ਹਿੰਦੂ ਹੈ। ਹੁਣ ਔਰ ਜਿਹੜੀਆਂ ਗੁੱਟ ਦੇ ਉੱਤੇ ਬਹੁਤ ਸਾਰੀਆਂ ਮੌਲੀਆਂ ਬੰਨੀਆਂ ਹੋਈਆਂ ਨੇ ਔਰ ਉਂਗਲਾਂ ਤੇ ਬਹੁਤ ਸਾਰੇ ਪੱਥਰ ਨੇ, ਉਹ ਉਸ ਨੂੰ ਸਪੋਰਟ ਕਰਨ ਵਾਸਤੇ ਗੱਲ ਕਰਦੇ। ਸੋ ਅਗਲਿਆਂ ਨੇ ਜਦੋਂ ਤੁਸੀਂ ਵੈਰ ਪਾ ਲਿਆ ਲੋਕਾਂ ਦੇ ਨਾਲ, ਫਿਰ ਜੀ ਜਿੱਥੇ ਤੱਕ ਇਹ ਲੱਗਦਾ ਕਿ ਉਹਨਾਂ ਦੀ ਸਿਸਟਰ ਨੂੰ ਵੀ ਲਿਆਂਦਾ ਤੇ ਦੱਸਣ ਦੇ ਵਿੱਚ ਕਿ ਜੀ ਜਿਹੜੀ ਮਾਤਾ ਦੇ ਬਾਰੇ ਇਹ ਇੰਨੇ ਗੋਗੇ ਗਾ ਰਿਹਾ, ਉਸ ਮਾਤਾ ਨੂੰ ਇਹਨੇ ਟਰੀਟ ਕਿਵੇਂ ਕੀਤਾ। ਵਾਸੂ ਜੀ, ਇਹ ਗੱਲਾਂ ਤਾਂ ਬਾਲੀਆਂ ਮੇਰੇ ਹਿਸਾਬ ਦੇ ਨਾਲ ਵੋਟਾਂ ਦੇ ਉੱਤੇ ਤਾਂ ਅਸਰ ਨਹੀਂ ਕਰਦੀਆਂ। ਜਿਹੜੇ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਬਣਾ ਸਕਦੇ ਨੇ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ, ਜਿਨ੍ਹਾਂ ਨੇ ਆਪਣਾ ਪਰਿਵਾਰ ਛੱਡ ਕੇ ਇੱਕ ਹੋਰ ਔਰਤ ਨਾਲ ਰਹਿਣਾ ਮਨਜ਼ੂਰ ਕਰ ਲਿਆ ਸੀ ਔਰ ਆਫੀਸ਼ੀਅਲ ਰੈਜ਼ੀਡੈਂਸ 'ਚ ਰਹਿ ਰਹੇ ਸੀ, ਪੰਜਾਬ ਦੇ ਲੋਕਾਂ ਨੇ ਤਾਂ ਉਹ ਵੀ ਨਜ਼ਰ ਅੰਦਾਜ਼ ਕੀਤਾ ਹੋਇਆ ਸੀ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ, ਜਿਹੜੀਆਂ ਪਰਸਨਲ, ਜਿਹੜੀਆਂ ਆਪਣੀਆਂ ਘਰੇਲੂ ਮਾਮਲੇ ਨੇ, ਉਹਨਾਂ ਦਾ ਵੋਟਾਂ ਦੇ ਉੱਤੇ ਤਾਂ ਬੜਾ ਅਸਰ ਨਹੀਂ ਮੇਰੇ ਹਿਸਾਬ ਨਾਲ ਪੈਂਦਾ। ਪਰ ਜਿਹੜੀ ਖਿੱਚੋਤਾਣ ਹੈ ਜੀ, ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਪ੍ਰੋਗਰਾਮਾਂ ਰਾਹੀਂ ਲੋਕਾਂ, ਆਪਣੇ ਸਰੋਤਿਆਂ ਦੇ ਨਾਲ ਇਹ ਗੱਲ ਸਾਂਝੀ ਕਰਦੇ ਆ ਰਹੇ ਹਾਂ ਕਿ ਜਦੋਂ ਸਿਧਾਂਤਕ ਖੋਰਾ ਲੱਗ ਚੁੱਕਿਆ ਹੋਵੇ ਸਿਆਸੀ ਪਾਰਟੀਆਂ ਨੂੰ, ਉਦੋਂ ਫਿਰ ਇਹੋ ਜਿਹੀਆਂ ਵਿਅਕਤੀਗਤ ਇਲਜ਼ਾਮ ਤਰਾਸ਼ੀ ਸ਼ੁਰੂ ਹੋ ਜਾਂਦੀ ਹੈ। ਤੇ ਇਹਦੇ ਵਿੱਚ ਇਹ ਦੇਖੋ ਜੀ ਕਿ ਆਲਮੋਸਟ ਹੁਣ 24 ਘੰਟੇ ਹੋ ਜਾਣਗੇ ਇਹ ਇਲਜ਼ਾਮ ਤਲਾਸ਼ੀ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੂੰ ਕਿਸੇ ਪਾਸਿਓਂ ਸਪੋਰਟ ਨਹੀਂ ਨਜ਼ਰ ਆਈ, ਕਿਉਂਕਿ ਜਦੋਂ ਚਰਨਜੀਤ ਚੰਨੀ ਦੇ ਉੱਤੇ ਈਡੀ ਦੇ ਰੇਡ ਹੁੰਦੇ ਨੇ ਤਾਂ ਨਵਜੋਤ ਸਿੱਧੂ ਬੜਾ ਹੀ ਇੱਕ ਜਿਹੜਾ ਹੈਗਾ ਦੁਚਿੱਤੇ ਜੇ ਮਨ ਦੇ ਨਾਲ ਉਹਨੂੰ ਸਪੋਰਟ ਕਰਦੇ ਆ। ਕਹਿੰਦੇ ਈਡੀ ਜਿਹੜੀਆਂ ਰੇਡਸ ਨੇ ਉਹ ਤਾਂ ਬੇਸ਼ੱਕ ਪੋਲੀਟੀਕਲ ਵੈਂਡੇਟਾ ਹੈਗੀਆਂ ਹੀ ਆ, ਪਰ ਮੈਂ ਕੋਈ ਕਲੀਨ ਚਿੱਟ ਨਹੀਂ ਦਿੰਦਾ। ਉਸੇ ਤਰ੍ਹਾਂ ਹਰ ਇੱਕ ਦੇ ਉੱਤੇ ਇਹ ਵੀ ਯਾਦ ਹੋਣਾ ਕਿ ਜਦੋਂ ਬਿਕਰਮ ਮਜੀਠੀਆ ਜੀ, ਇਹਨਾਂ ਦੇ ਨਾਲ ਹੁਣ ਬੜੀ ਫਸਵੀਂ ਟੱਕਰ ਫਸ ਗਈ ਆ ਉਹਨਾਂ ਦੀ ਅੰਮ੍ਰਿਤਸਰ ਈਸਟ ਦੇ ਵਿੱਚ, ਉਹ ਬਿਕਰਮ ਮਜੀਠੀਆ ਦੀ ਵੀ ਪਰਸਨਲ ਲਾਈਫ ਦੇ ਉੱਤੇ ਵੀ ਟੁੱਟੀ ਜੀ ਕੁਆਲਿਸ ਹੁੰਦੀ ਸੀ, ਫਲਾਨਾ ਹੁੰਦੀ ਸੀ, ਉਹ ਸਾਰੀਆਂ ਗੱਲਾਂ ਕਰਦੇ ਉਹ ਈਵਨ ਨਵਜੋਤ ਸਿੱਧੂ ਵੀ ਨਜ਼ਰ ਆਏ। ਤਾਂ ਅਗਲਿਆਂ ਨੇ ਤਾਂ ਫਿਰ ਹੁਣ ਕਿਹੜਾ ਕੱਢਣੀ ਹੀ ਕੱਢਣੀ ਹੈ। ਤੇ ਮੌਕਾ ਇਹ ਆਪਣੇ ਵਾਸੂ ਜੀ ਬਹੁਤ ਵਧੀਆ ਹੁੰਦਾ। ਚੋਣਾਂ 'ਚ ਕਹਿੰਦੇ ਆ ਜੇ ਤੁਹਾਨੂੰ ਆਪਣੇ ਅੱਗੇ ਪਿੱਛੇ ਦਾ ਨਹੀਂ ਪਤਾ, ਤਾਂ ਚੋਣਾਂ ਬਾਰੇ ਇਹੀ ਕਹਿੰਦੇ ਕਿ ਜੇ ਤੁਹਾਨੂੰ ਆਪਣੇ ਅੱਗੇ ਪਿੱਛੇ ਦਾ ਨਹੀਂ ਪਤਾ, ਤੁਸੀਂ ਚਾਹੇ ਪੰਚਾਇਤੀ ਦੀਆਂ ਚੋਣਾਂ ਖੜੇ ਹੋ ਜਾਓ, ਚਾਹੇ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਤੇ ਖੜੇ ਹੋ ਜਾਓ, ਤਾਂ ਲੋਕ ਤੁਹਾਡਾ ਅੱਗੜ ਪਿਛੜ ਕੱਢ ਲਿਆਉਂਦੇ ਆ। ਸੋ ਇਹ ਜਿਹੜਾ ਸੀਗਾ, ਮੈਨੂੰ ਵੀ ਇਹ ਯਾਦ ਹੈ ਕਿ ਨਵਜੋਤ ਸਿੱਧੂ ਦੇ ਉੱਪਰ ਇਹ ਜਿਹੜਾ ਇਲਜ਼ਾਮ ਹੈ ਪਹਿਲੀ ਵਾਰੀ ਨਹੀਂ ਲੱਗਿਆ। ਇਹਨਾਂ ਦੀ ਜਿਹੜੀ ਦੂਸਰੀ ਸਿਸਟਰ ਆ, ਮੈਨੂੰ ਉਹਦਾ ਵੀ ਇੱਕ ਥੋੜੀ ਜਿਹੀ ਧੁੰਦਲੀ ਜੀ ਯਾਦ ਆ, ਉਹਨੇ ਵੀ ਇੱਕ ਵਾਰੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਨਵਜੋਤ ਸਿੱਧੂ ਦੇ ਉੱਤੇ ਕਿ ਆਪਣੇ ਪਰਿਵਾਰ ਵੱਲ ਵੀ ਖਿਆਲ ਰੱਖ। ਹੁਣ ਜਿਹੜੀ ਤੁਸੀਂ ਕਿਹਾ ਹਾਫ ਸਿਸਟਰ ਕਹਿੰਦੇ ਆ, ਉਹ ਇਹ ਕਿਹਾ ਜਾਂਦਾ ਕਿ
ਜਿਹੜੀ ਨਵਜੋਤ ਸਿੱਧੂ ਦੀ ਮਦਰ ਸੀਗੇ, ਉਹਨਾਂ ਦਾ ਸਰਦਾਰ ਧਨਵੰਤ ਸਿੰਘ ਉਹਨਾਂ ਦੇ ਪਹਿਲਾਂ ਵਿਆਹ ਸੀ, ਔਰ ਇਹ 2 ਜਿਹੜੀਆਂ ਬੇਟੀਆਂ ਸੀਗੀਆਂ ਇਹ ਉਸ ਵਿਆਹ ਚੋਂ ਸੀ। ਜਦੋਂ ਨਵਜੋਤ ਸਿੱਧੂ ਦੇ ਫਾਦਰ ਨਾਲ ਅਣਬਣ ਹੋਈ, ਉਹ ਅਲੱਗ ਹੋਏ, ਤਾਂ ਫਿਰ ਉਹ ਆਪਣੀਆਂ ਬੇਟੀਆਂ ਨੂੰ ਲੈ ਕੇ ਅਲੱਗ ਹੋ ਗਏ ਸੀ। ਤੇ ਇਹ ਜਿਹੜੀ ਪ੍ਰਾਪਰਟੀ ਸੀ, ਮੈਨੂੰ ਜਿਹੜੀ ਜਾਣਕਾਰੀ ਆ, ਹਾਲੇ ਇਹਦੀ ਹੁਣ ਅਸਲੀ ਪੁਸ਼ਟੀ ਤਾਂ ਖੁਦ ਨਵਜੋਤ ਸਿੱਧੂ ਕਰਨਗੇ। ਔਰ ਉਹ ਇਹ ਸੀ ਕਿ ਇਹਨਾਂ ਦੇ ਪਿਤਾ ਨੇ ਸਾਰੀ ਪ੍ਰਾਪਰਟੀ ਆਪਣੇ ਬੇਟੇ ਦੇ ਨਾਂ ਤੇ ਟ੍ਰਾਂਸਫਰ ਕਰ ਦਿੱਤੀ ਸੀ ਤਾਂ ਕਿ ਉਹ ਕੋਈ ਇੱਧਰ ਹੋਵੇ ਨਾ, ਤੇ ਉਹਨਾਂ ਦੇ ਮਦਰ ਨੂੰ ਕੁਝ ਖਾਸ ਮਿਲਿਆ ਨਹੀਂ ਸੀ ਉਸ ਦੇ ਵਿੱਚੋਂ। ਹੁਣ ਇਹੀ ਗੱਲ ਨਵਜੋਤ ਸਿੱਧੂ ਦੀ ਪਤਨੀ ਵੀ ਕਹਿ ਰਹੀ ਹੈ, ਨਵਜੋਤ ਕੌਰ ਸਿੱਧੂ, ਕਿ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਉਦੋਂ ਨਵਜੋਤ ਸਿੱਧੂ ਇਕੱਲੇ ਹੀ ਬੇਟੇ ਆਪਣੇ ਮੰਨੇ ਜਾਂਦੇ ਸੀ, ਸਰਦਾਰ ਧਨਵੰਤ ਸਿੰਘ ਸਿੱਧੂ ਉਹਨਾਂ ਦੇ। ਤੇ ਉਹ ਜਿਹੜੇ ਸੀ ਔਰ ਉਹਨਾਂ ਦਾ ਆਪਣੀ ਜਿਹੜੀਆਂ ਭੈਣਾਂ ਨੇ ਉਹਨਾਂ ਦੇ ਨਾਲ ਉਸ ਵੇਲੇ ਰਾਬਤਾ ਨਹੀਂ ਸੀ, ਮਦਰ ਦੇ ਨਾਲ ਵੀ ਰਾਬਤਾ ਨਹੀਂ ਸੀ। ਸੋ ਇਹ ਸਾਰੀ ਦੀ ਸਾਰੀ ਜਿਹੜੀ ਪਰਸਨਲ ਕਿਚੜ ਉਛਾਲਿਆ ਜਾਂਦਾ, ਇਹ ਇਹੋ ਜਿਹਾ ਹੀ ਵਾਸੂ ਜੀ ਮੈਨੂੰ ਇੱਕ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਨਵਜੋਤ ਸਿੱਧੂ ਨੇ ਬੀਜੇਪੀ ਛੱਡੀ ਸੀ ਔਰ ਫਿਰ ਬਾਅਦ ਚੋਂ ਕਾਂਗਰਸ ਜੁਆਇਨ ਕਰਨ ਦਾ ਫੈਸਲਾ ਕੀਤਾ ਸੀ, ਤਾਂ ਉਦੋਂ ਵੀ ਨਵਜੋਤ ਸਿੱਧੂ ਦੇ ਪਰਿਵਾਰਕ ਮਸਲਿਆਂ ਬਾਰੇ, ਸਪੈਸ਼ਲੀ ਉਹਨਾਂ ਨੂੰ ਬੇਟੀ ਦੇ ਜਿਹੜੇ ਸੀਗੇ ਜੀ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਰਿਲੀਜ਼ ਕੀਤੀਆਂ ਗਈਆਂ ਸੀ। ਸੋ ਜਿਹੜੀਆਂ ਅਸੀਂ ਗੱਲਾਂ ਕਰਦੇ ਆ ਇੰਟੈਲੀਜੈਂਸ ਏਜੰਸੀਜ਼ ਜਾਂ ਸਪਾਈਂਗ ਦਾ ਕੰਮ ਕਰਦੇ ਆ, ਜਿਹੜੀਆਂ ਪਬਲਿਕ ਫਿਗਰਸ ਨੇ, ਇਹਨਾਂ ਦੇ ਉੱਤੇ ਇਹਨਾਂ ਦੀਆਂ ਲਾਈਫ ਕਿੰਨੀਆਂ ਕੁ ਪ੍ਰਾਈਵੇਟ ਰਹਿ ਜਾਂਦੀਆਂ ਨੇ, ਇਹ ਸਾਲੇ ਦਾ ਸਾਰਾ ਮੁੱਦਾ ਹੈਗਾ। ਗੱਲ ਵਾਪਸ ਉੱਥੇ ਆ ਜਾਂਦੀ ਹੈ ਜੀ ਇੱਕ ਗੱਲ ਦੇ ਉੱਤੇ, ਜਿਹੜੀ ਹੈਗੀ ਆ USA ਦੇ ਜਿਹੜੇ ਪ੍ਰੈਜ਼ੀਡੈਂਟ ਸੀ ਬਿਲ ਕਲਿੰਟਨ, ਜਦੋਂ ਉਹਨਾਂ ਦੇ ਉੱਤੇ ਉਹ ਕੇਸ ਚੱਲਿਆ ਸੀ ਮੋਨਿਕਾ ਲੂਇੰਸਕੀ ਵਾਲਾ ਜੀ, ਉਦੋਂ ਮੈਨੂੰ ਯਾਦ ਹੈ ਕਿ ਲੋਕਾਂ ਨੇ ਇਹ ਨਹੀਂ ਸੀ ਕਿਹਾ, ਲੋਕਾਂ ਨੇ ਕਿਹਾ ਸੀ ਸਾਨੂੰ ਇਹ ਇਤਰਾਜ਼ ਨਹੀਂ ਹੈ ਕਿ ਬਿਲ ਕਲਿੰਟਨ ਦਾ ਮੋਨਿਕਾ ਲੂਇੰਸਕੀ ਨਾਲ ਕੋਈ ਅਫੇਅਰ ਸੀਗਾ ਕਿ ਨਹੀਂ ਸੀ। ਉਹ ਕਹਿੰਦੇ ਉਹ ਤਾਂ ਹਿਲਰੀ ਕਲਿੰਟਨ ਨੇ ਫੈਸਲਾ ਕਰਨਾ ਜਾਂ ਇਹਦੇ ਪਰਿਵਾਰ ਨੇ ਫੈਸਲਾ ਕਰਨਾ। ਸਾਨੂੰ ਤਾਂ ਦਿੱਕਤ ਇਹ ਆ ਕਿ ਬਿਲ ਕਲਿੰਟਨ ਨੇ ਸਹੁੰ ਖਾ ਕੇ ਝੂਠ ਬੋਲਿਆ ਕਿ ਮੇਰਾ ਅਫੇਅਰ ਨਹੀਂ ਸੀ। ਸੋ ਗੱਲ ਇੱਥੇ ਆਉਂਦੀ ਹੈ ਕਿ ਜਿਹੜੀਆਂ ਪਬਲਿਕ ਫਿਗਰਸ ਨੇ ਉਹਨਾਂ ਦੇ ਪਰਸਨਲ ਮੈਟਰਸ ਬਾਰੇ ਲੋਕ ਕੀ ਸੋਚਦੇ ਨੇ, ਪਰ ਉਹਨਾਂ ਦਾ ਅਸਰ ਜਿਹੜਾ ਪੋਲਿਟਿਕਸ ਦੇ ਉੱਤੇ ਹੁੰਦਾ ਕਿ ਨਵਜੋਤ ਸਿੱਧੂ ਜੋ ਮੀਡੀਆ ਦੇ ਵਿੱਚ ਬੜੀ ਤੂੰ ਤੜਾਕ ਕਰਕੇ ਸਾਡੇ ਮੀਡੀਆ ਪਰਸਨ ਦੇ ਨਾਲ ਕਈ ਵਾਰੀ ਉਹਦੇ ਲਾਭਾ ਵੀ ਕਰ ਦਿੰਦੇ ਆ, ਕਿਸੇ ਦੀ ਗੱਲ ਸੁਣਦੇ ਨਹੀਂ। ਉਹਨਾਂ ਦੇ ਪਰਸਨਲ ਕਿਰਦਾਰ ਦੇ ਉੱਤੇ ਜਾਂ ਪਰਸਨਲ ਪਰਸਨੈਲਿਟੀ ਦੇ ਉੱਤੇ ਉਹ ਕਿਹੋ ਜਿਹੀ ਪਰਸਨੈਲਿਟੀ ਨੇ ਔਰ ਕਿਹੋ ਜਿਹੀ ਲੀਡਰਸ਼ਿਪ ਕੁਆਲਿਟੀ ਰੱਖ ਸਕਦੇ ਨੇ। ਆਉਣ ਵਾਲੇ ਦਿਨਾਂ 'ਚ ਸਪੈਸ਼ਲੀ ਜਦੋਂ ਹੁਣ ਰਾਹੁਲ ਗਾਂਧੀ ਨੇ ਕਹਿ ਦਿੱਤਾ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ CM ਚਿਹਰਾ ਅਨਾਉਂਸ ਕਰਾਂਗੇ, ਔਰ ਸਡਨਲੀ ਭੈਣ ਵੀ ਪਹੁੰਚ ਜਾਂਦੀ ਹੈ ਕਿ CM ਚਿਹਰਾ ਜਿਹੜਾ ਤੁਸੀਂ ਅਨਾਉਂਸ ਕਰਨ ਲੱਗੇ ਹੋ ਉਹਦਾ ਇੱਕ ਚਿਹਰਾ ਆ ਵੀ ਹੈ। ਇਹ ਬੜੇ ਮੁੱਦੇ ਪੇਚੀਦਾ ਨੇ। ਤੇ ਜੀ ਵੈਰੀਆਂ ਨਾਲ ਜਦੋਂ ਹੁੰਦਾ, ਉਹ ਜਿਸ ਤਰ੍ਹਾਂ ਅਸੀਂ ਕੱਲ ਕਹਿ ਰਹੇ ਸੀ ਕੁੰਡੀਆਂ ਦੇ ਸਿੰਘ ਫਸ ਗਏ, ਹੁਣ ਨਿਤਰੂ ਬੜੇਵੇਂ ਖਾਣੀ। ਸੋ ਪੈਂਤਰੇ ਜਿਸ ਤਰ੍ਹਾਂ ਜਿਹੜੀ ਇਲੈਕਸ਼ਨ ਹੁੰਦੀਆਂ ਨੇ ਇਹ ਜੰਗ ਹੀ ਆ, ਔਰ ਜੰਗ 'ਚ ਕਹਿੰਦੇ ਸਭ ਕੁਝ ਜਾਇਜ਼ ਹੈ ਜੀ। ਤੇ ਪੰਦੇਰ ਸਾਹਿਬ, ਹੁਣ ਬਲਬੀਰ ਸਿੰਘ ਰਾਜੇਵਾਲ ਨੇ ਬਿਆਨ ਦਿੱਤਾ, ਕਹਿੰਦੇ ਕਿ ਜੇਕਰ ਸਾਡੀ ਕਿਸੇ ਤਰ੍ਹਾਂ ਸਰਕਾਰ ਬਣ ਜਾਵੇ ਸੰਯੁਕਤ ਸਮਾਜ ਮੋਰਚਾ ਦੀ, ਤੇ ਕਹਿੰਦੇ ਕਿ ਅਸੀਂ ਇਸ ਗੱਲ ਨੂੰ ਇਨਸ਼ੋਰ ਕਰਾਂਗੇ ਜਿਹੜੀ ਅਸਲ ਪਾਵਰ ਹੈ ਉਹ ਲੋਕਾਂ ਦੇ ਹੱਥ ਵਿੱਚ ਵਾਪਸ ਆਵੇ। ਰਾਜੇਵਾਲ ਸਾਹਿਬ ਦਾ ਇੱਕ ਵੱਡੇ ਅੰਗਰੇਜ਼ੀ ਟ੍ਰਿਬਿਊਨ ਦੇ ਨਾਲ ਇੱਕ ਇੰਟਰਵਿਊ ਹੈਗਾ ਜੀ ਅੱਜ, ਕਾਫੀ ਇੰਪੋਰਟੈਂਟ ਹੈ ਉਹ। ਔਰ ਉਹਨਾਂ ਨੇ ਕਿਹਾ ਕਿ ਜੀ ਜਿਹੜੀਆਂ 22 ਜਥੇਬੰਦੀਆਂ ਨੇ ਜਿਨ੍ਹਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ ਔਰ ਨਾਲ ਚੜੂਨੀ ਸਾਹਿਬ ਦੀ ਪਾਰਟੀ ਆ, ਉਹ ਰਲ ਕੇ ਉਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕੈਂਪੇਨ ਚੱਲ ਪਊਗੀ ਮੋਰਚੇ ਦੀ, ਕਿਉਂਕਿ ਇਸ ਵੇਲੇ ਤਾਂ ਵਾਸੂ ਜੀ ਬੜੀਆਂ ਦਿੱਕਤਾਂ ਫੇਸ ਕਰਨੀਆਂ ਪੈ ਰਹੀਆਂ। ਨਾ ਤਾਂ ਉਹਨਾਂ ਨੂੰ ਇਲੈਕਸ਼ਨ ਸਿੰਬਲ ਮਿਲਿਆ ਹਾਲੇ ਤੱਕ। ਕੱਲ ਉਹਨਾਂ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ, ਉਹਦਾ ਕੀ ਨਤੀਜਾ ਨਿਕਲਿਆ ਉਹ ਨਹੀਂ ਹੈ। ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ, ਉਹ ਸਾਰੇ ਦਾ ਸਾਰਾ ਹੈਗਾ। ਪਰ ਰਾਜੇਵਾਲ ਜੋ ਇਸ ਨੂੰ ਆਲਮੋਸਟ ਮੰਨਿਆ ਜਾਂਦਾ ਕਿ ਸੰਯੁਕਤ ਸਮਾਜ ਮੋਰਚਾ ਦੇ ਚੀਫ ਮਿਨਿਸਟੀਰੀਅਲ ਕੈਂਡੀਡੇਟ ਨੇ, ਉਹਨਾਂ ਨੇ 3 ਜਿਹੜੇ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ ਕਿ ਮਾਫੀਆ ਰਾਜ ਖਤਮ ਕਰਕੇ ਜਿਹੜਾ ਹੈਲਥ ਕੇਅਰ ਔਰ ਐਜੂਕੇਸ਼ਨ ਸੈਕਟਰ ਨੇ ਇਹਨਾਂ ਦੇ ਵਿੱਚ ਤੁਸੀਂ ਜਿਹੜੀ ਹੈਗੀ ਹੈ ਤਰਜੀਹ ਦੇਣ ਦੀ ਲੋੜ ਹੈ, ਤਾਂ ਕਿ ਜੇ ਤੁਸੀਂ ਇਹ 2 ਸੈਕਟਰ ਨੂੰ ਪ੍ਰੋਪਰ ਧਿਆਨ ਦਿੱਤਾ ਜਾਵੇ
ਤਾਂ ਲੋਕਾਂ ਦੀ ਪਾਵਰ ਲੋਕਾਂ ਕੋਲੇ ਵਾਪਸ ਚਲੀ ਜਾਂਦੀ ਹੈ। ਤੇ ਜਿਸ ਤਰ੍ਹਾਂ ਭਗਵੰਤ ਮਾਨ ਵੀ ਇਹ ਗੱਲਾਂ ਕਰਦੇ ਆ ਕਈ ਵਾਰੀ ਕਿ ਜਿਹੜੇ ਤੁਸੀਂ ਟੈਕਸ ਵਸੂਲ ਕਰਦੇ ਆ, ਅਸੀਂ ਸਰਕਾਰਾਂ ਜਿਹੜੀਆਂ ਟੈਕਸ ਵਸੂਲ ਕਰਦੀਆਂ ਨੇ ਉਹ ਟੈਕਸ ਵਸੂਲ ਕਰਕੇ ਉਹ ਨਾਗਰਿਕਾਂ ਨੂੰ ਚੁੱਭਦੇ ਨਹੀਂ ਜਦੋਂ ਉਹਨਾਂ ਨੂੰ ਸਹੂਲਤਾਂ ਮਿਲਦੀਆਂ, ਜਿਵੇਂ ਤੁਹਾਡੇ ਕੈਨੇਡਾ ਵਗੈਰਾ ਜਾਂ USA 'ਚ ਦਿਖਦੇ ਆ ਵੀ ਤੁਸੀਂ ਟੈਕਸ ਦਿੱਤਾ ਤੇ ਸਹੂਲਤ ਮਿਲੀ। ਉਹ ਇਹ ਹੈਗਾ ਵੀ ਮੇਰਾ ਪੈਸਾ ਜਿਹੜਾ ਮੇਰੇ ਤੋਂ ਪੈਸਾ ਲਿਆ ਸਰਕਾਰ ਨੇ ਉਹਨੇ ਨੇ ਮੇਰੇ ਉੱਤੇ ਜਿਹੜਾ ਹੈਗਾ ਲਾਇਆ। ਪਰ ਇੱਥੇ ਜਿਹੜਾ ਮਾਫੀਆ ਰਾਜ ਆ ਗਿਆ ਜਿਹਦੇ ਨਾਲ ਰੇਤੇ ਦੀ ਮਾਈਨਿੰਗ ਆ, ਸ਼ਰਾਬ ਦਾ ਜਿਹੜਾ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਬਿਜ਼ਨਸ, ਹੋਰ ਵੀ ਜਿਹੜੀਆਂ ਤੁਸੀਂ ਕਹਿੰਦੇ ਹੋ ਈਵਨ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਨੇ ਲੋਕਾਂ ਨੂੰ ਰੁਜ਼ਗਾਰ ਦੇਣਾ, ਕਈ ਨਿੱਕੀ ਗੱਲਾਂ ਦੇ ਉੱਤੇ ਭ੍ਰਿਸ਼ਟਾਚਾਰ ਉਹਦੇ ਨਾਲ ਬੇਸ਼ੱਕ ਅਸੀਂ ਜਿਹੜੀ ਜਮਹੂਰੀਅਤ 'ਚ ਇਹ ਕਹਿੰਦੇ ਕਿ ਲੋਕ ਦੇਸ਼ ਦੇ ਮਾਲਕ ਹੁੰਦੇ ਆ ਪਰ ਉਹਨਾਂ ਦੇ ਕੋਲੇ ਪੂਰੀ ਪਾਵਰ ਨਹੀਂ ਹੁੰਦੀ। ਇਸ ਗੱਲ ਨੂੰ ਰਾਜੇਵਾਲ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਹੈਗੀ ਆ, ਅਸੀਂ ਜਿਹੜਾ ਟੋਟਲ ਜਿਹੜਾ ਅੰਦੋਲਨ ਦਾ ਟਾਈਮ ਦਾ ਐਕਸਪੀਰੀਅੰਸ ਹੈ ਕਿ ਜਦੋਂ ਅਸੀਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠ ਕੇ ਸੰਘਰਸ਼ ਕੀਤਾ ਉੱਥੋਂ ਜਿਹੜਾ ਫੀਡਬੈਕ ਲਿਆ ਉਹਦੇ ਵਿੱਚ ਕਹਿੰਦੇ ਬਹੁਤ ਵੱਡੀ ਜ਼ਰੂਰਤ ਹੈ ਕਿ ਜਿਹੜਾ ਇਹ ਅਸਲੀ ਰਾਜ ਹੈ, ਲੋਕ ਰਾਜ, ਅਸਲੀ ਲੋਕ ਰਾਜ ਸਥਾਪਿਤ ਕਰਨ ਦੀ ਲੋੜ ਹੈ। ਤੇ ਜਿਹੜੀ ਤਾਕਤ ਹੈ, ਸਿਆਸੀ ਤਾਕਤ ਜਿਹੜੀ ਹੈ ਉਹ ਵਾਪਸ ਲੋਕਾਂ ਕੋਲੇ ਪਹੁੰਚੇ, ਉਹ ਆਪਣੇ ਪ੍ਰੋਪਰਲੀ ਫੈਸਲੇ ਲੈਣ, ਫੇਰ ਹੀ ਨੁਮਾਇੰਦੇ ਠੀਕ ਕਰਨਗੇ ਔਰ ਫੇਰ ਹੀ ਸਿਆਸਤ ਦੇ ਵਿੱਚ ਅਸਲੀ ਬਦਲਾਅ ਆਏਗਾ। ਜੀ ਪੰਦੇਰ ਸਾਹਿਬ, ਕੇਜਰੀਵਾਲ ਸਾਹਿਬ ਨੂੰ ਹੁਣ ਇੱਕ ਨਵਾਂ ਜਿਹੜਾ ਕੀ ਕਵਾਂਗੇ ਇਹਨੂੰ ਜੁਮਲਾ ਬੜਾ ਪਸੰਦ ਆਇਆ। ਹੁਣ ਇਹ ਬਾਰ-ਬਾਰ ਇਹ ਗੱਲ ਕਹਿੰਦੇ ਨੇ ਕਿ ਕੱਟੜ ਇਮਾਨਦਾਰ ਸਰਕਾਰ ਬਣਾਵਾਂਗੇ ਪੰਜਾਬ ਦੇ ਵਿੱਚ। ਸੋ ਇਹਦੇ ਪਿੱਛੇ ਕੀ ਗੱਲ ਹੈ ਜੀ? ਵਾਸੂ ਜੀ, ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ ਉਹਨਾਂ ਨੇ ਕੱਲ ਆਪਣਾ ਪੰਜਾਬ ਦਾ ਦੌਰਾ ਫੇਰ ਸ਼ੁਰੂ ਕੀਤਾ ਔਰ ਕੱਲ ਜਲੰਧਰ ਸਪੈਸ਼ਲੀ ਦੁਆਬਾ, ਜਿੱਥੇ ਪਾਰਟੀ ਪਿਛਲੀਆਂ 5 ਸਾਲ ਪਹਿਲਾਂ 2017 ਦੀਆਂ ਚੋਣਾਂ 'ਚ ਠੀਕ ਠਾਕ ਪਰਫਾਰਮ ਨਹੀਂ ਸੀ ਕਰ ਸਕੀ, ਉੱਥੇ ਜ਼ੋਰ ਲਾ ਰਹੇ ਤੇ ਉੱਥੇ ਬਿਲਕੁਲ ਕਿਉਂਕਿ ਗੜ੍ਹ ਹੈ, ਦੋ ਚੀਜ਼ਾਂ ਉੱਥੇ ਇੰਪੋਰਟੈਂਟ ਹੈ ਜੀ। ਇੱਕ ਤਾਂ NRI ਪੋਪੂਲੇਸ਼ਨ ਜਿਹੜੀ ਦੁਆਬੇ ਤੋਂ ਬਹੁਤ ਜ਼ਿਆਦਾ ਹੈ ਔਰ NRIs ਦਾ ਐਕਸਪੋਜ਼ਰ ਜਿਹੜਾ ਹੈ ਸਪੈਸ਼ਲੀ ਜੇ ਈਵਨ ਚਾਹੇ ਦੁਬਈ ਦੇ ਵਿੱਚ ਵੀ ਹੋਣ ਜਾਂ ਕੈਨੇਡਾ ਦੇ ਵਿੱਚ ਹੋਣ, ਯੂਰਪ ਦੇ ਵਿੱਚ ਹੋਣ, ਫਿਰ ਤੁਸੀਂ USA 'ਚ ਕਹੋ, ਉੱਥੇ ਸਿਸਟਮਸ ਜਿਹੜੇ ਹੈ ਕਾਫੀ ਐਫੀਸ਼ੀਐਂਟਲੀ ਚੱਲਦੇ ਨੇ ਔਰ ਜਿਹੜੀ ਲੋਕਾਂ ਦਾ ਜਿਹੜਾ ਇੰਟਰੈਕਸ਼ਨ ਹੈ ਸਿਸਟਮ ਦੇ ਨਾਲ, ਸਰਕਾਰ ਦੇ ਨਾਲ, ਉਹਦੇ ਵਿੱਚ ਜਿਹੜੀ ਕਰਪਸ਼ਨ ਦਾ ਰੋਲ ਬਹੁਤ ਘੱਟ ਹੈ। ਸੋ ਉਹ ਆ ਕੇ ਦੱਸਦੇ ਆ ਇੱਥੇ ਆ ਕੇ ਵੀ ਸਾਡੀਆਂ ਸਰਕਾਰਾਂ ਕਿਵੇਂ ਕੰਮ ਕਰਦੀਆਂ ਨੇ। ਅਸੀਂ ਆਪਣੇ ਕੰਮ ਵੀ ਜਿਵੇਂ ਨੰਬਰ ਪਲੇਟ ਲੈਣ ਜਾਣਾ ਤੁਸੀਂ ਆਪਣੀ ਗੱਡੀ ਦਾ ਜਾਂ ਤੁਸੀਂ ਲਾਇਸੈਂਸ ਰੀਨਿਊ ਕਰਨਾ, ਉਹਦੇ ਵਿੱਚ ਕੋਈ ਬਾਹਲੀ ਦਿੱਕਤ ਨਹੀਂ ਆਉਂਦੀ, ਆਪਣੀ ਅਪਾਇੰਟਮੈਂਟਸ ਹੁੰਦੀਆਂ ਨੇ, ਸਾਰਾ ਕੁਝ ਹੁੰਦਾ। ਹੁਣ ਜਿਹੜੀ ਪੰਜਾਬ ਦੇ ਵਿੱਚ ਹੈਗਾ ਕਿਉਂਕਿ ਉਹ ਐਕਸਪੋਜ਼ਰ ਬੜਾ ਜ਼ਿਆਦਾ ਹੈ ਤੇ ਪੰਜਾਬ ਦੇ ਵਿੱਚ ਇੱਕ ਬੇਚੈਨੀ ਆ ਕਿ ਜਿਹੜੀ ਸਿਆਸਤ ਆ ਉਹ ਭਾਰੂ ਹੋ ਕੇ ਸਰਕਾਰ ਨੂੰ ਚੱਲਣ ਨਹੀਂ ਦਿੰਦੀ। ਜਿਹੜੇ ਸਿਆਸਤਦਾਨ ਨੇ ਉਹ ਜਿਸ ਤਰ੍ਹਾਂ ਹੁਣ ਪਿੱਛੇ ਜੇ ED ਦੀਆਂ ਰੇਡਸ ਪਈਆਂ ਨੇ ਔਰ ਚਰਨਜੀਤ ਚੰਨੀ ਬੇਸ਼ੱਕ 111 ਦਿਨਾਂ ਦੇ ਮੁੱਖ ਮੰਤਰੀ ਸੀ ਔਰ ਉਹਨਾਂ ਦੇ ਰਿਸ਼ਤੇਦਾਰਾਂ ਦੇ ਕੋਲੋਂ 10-10 ਕਰੋੜ ਰੁਪਈਆ ਨਿਕਲ ਰਿਹਾ ਇਹ ਪਹਿਲਾਂ ਵੀ। ਔਰ ਦੂਸਰੇ ਪਾਸੇ ਜਿਹੜਾ ਹੈਗਾ ਸੁਖਪਾਲ ਖਹਿਰਾ ਵਰਗਿਆਂ ਨੂੰ ਫੜਿਆ ਜਾਂਦਾ, ਉਹਨਾਂ 'ਚ ਵੀ ਇਹ ਸਾਹਮਣੇ ਆਉਂਦਾ ਕਿ ਕੋਈ ਇਲਜ਼ਾਮ ਲੱਗਦਾ ਮਨੀ ਲਾਂਡਰਿੰਗ ਦਾ। ਬਿਕਰਮ ਮਜੀਠੀਆ ਦੇ ਉੱਪਰ FIR ਹੁੰਦੀ ਆ ਅਕਾਲੀ ਦਲ ਤੋਂ। ਸੋ ਇਹ ਸਾਰੇ ਦੇ ਸਾਰੇ ਲੋਕਾਂ ਦਾ ਵਿਸ਼ਵਾਸ ਟੁੱਟਦਾ। ਸੋ ਅਰਵਿੰਦ ਕੇਜਰੀਵਾਲ ਨੂੰ ਇਹ ਮੌਕਾ ਜਿਹੜਾ ਹੈ ਲੋਕਾਂ ਦੇ ਵਿਸ਼ਵਾਸ 'ਚ ਜਿਹੜੀਆਂ ਤਰੇੜਾਂ ਪਈਆਂ ਹੋਈਆਂ ਨੇ ਉਹਦੇ ਵਿੱਚ ਆਪਣਾ ਜਿਹੜੀ ਸਿਆਸਤ ਖੇਡਣ ਦਾ ਮੌਕਾ ਮਿਲਦਾ ਔਰ ਇਹਨੂੰ ਮੈਂ ਪੋਜ਼ਿਟਿਵ ਪੋਲਿਟਿਕਸ ਕਹਿਣਾ। ਤੇ ਔਰ ਲੋਕਾਂ ਦੇ ਜਿਹੜੇ ਜਿਹੜੀ ਬੇਭਰੋਸਗੀ ਆ ਉਹਦੇ 'ਚ ਇੱਕ ਭਰੋਸਾ ਦੇਣ ਦੀ ਕੋਸ਼ਿਸ਼ ਕਰਦੇ ਕਿ ਜੇ ਆਮ ਆਦਮੀ ਪਾਰਟੀ ਨੂੰ ਤੁਸੀਂ ਸਰਕਾਰ ਬਣਾਉਣ ਦਾ ਮੌਕਾ ਦਿੰਦੇ ਆ ਤਾਂ ਅਸੀਂ ਤੁਹਾਨੂੰ ਇੱਕ ਕੱਟੜ ਇਮਾਨਦਾਰ ਸਰਕਾਰ ਦੇਾਂਗੇ ਜੋ ਲੋਕਾਂ ਦਾ ਹੱਕ ਹੈ। ਔਰ ਉਹਨਾਂ ਨੇ ਇਹ ਬਾਰ-ਬਾਰ ਕੱਲ ਆਪਣੀਆਂ ਜਿੰਨੀਆਂ ਕਿ ਵੀ ਰੈਲੀਜ਼ ਹੋਈਆਂ ਉਹਦੇ 'ਚ ਗੱਲ ਕੀਤੀ ਆ ਔਰ ਉਹ ਕਹਿੰਦੇ ਇਹ ਸਾਹਮਣੇ ਆ ਚੁੱਕਿਆ ਕਿ ਬੇਅਦਬੀ ਦੇ ਔਰ ਜਿਹੜਾ ਨਸ਼ਾ ਤਸਕਰੀ ਦੇ ਜਿਹੜੇ ਕੇਸ ਨੇ ਉਹਨਾਂ 'ਚ ਹੁਣ ਤੱਕ ਇਨਸਾਫ ਕਿਉਂ ਨਹੀਂ ਮਿਲਿਆ ਕਿਉਂਕਿ ਆਪਸ 'ਚ ਰਲੇ ਹੋਏ ਨੇ। ਉਹਨਾਂ ਨੇ ਚੰਨੀ ਉਹਨਾਂ ਦੇ ਉੱਤੇ ਵੀ ਕਟਾਕਸ਼ ਕੀਤਾ ਕਿ ਜੀ ਪਹਿਲਾਂ ਤਾਂ ਕੁਛ ਕੀਤਾ ਨਹੀਂ ਕਾਂਗਰਸ ਸਰਕਾਰ ਨੇ, ਫਿਰ ਐਨ ਮੌਕੇ ਤੇ ਆ ਕੇ ਬਿਕਰਮ ਮਜੀਠੀਆ ਦੇ ਉੱਤੇ ਇੱਕ FIR ਕਰਤੀ ਤੇ ਹੁਣ ਕਹਿੰਦੇ ਜੀ ਚੰਨੀ ਸਾਹਿਬ ਲੋਕਾਂ ਦੇ ਸਾਹਮਣੇ ਜਾ ਕੇ ਕਹੀ ਜਾਂਦੇ ਆ ਜੀ ਅਸੀਂ FIR ਕਰਤੀ। ਉਹ ਕਹਿੰਦੇ ਫਿਰ ਅਰੈਸਟ ਕਿਉਂ ਨਹੀਂ ਕੀਤਾ? ਉਹ ਸਾਹਮਣੇ ਤੁਰਿਆ ਫਿਰਦਾ ਸੀ ਤੇ ਅਰੈਸਟ ਕਿਉਂ ਨਹੀਂ ਕੀਤਾ? ਤੇ ਉਹਨਾਂ ਦੀ ਮੈਂ ਇੱਕ ਜਿਹੜੀ ਹੈਗੀ ਆ स्टेटमेंट वो कहना रिपीट करना चाहना अपने श्रोताओं वास्ते। कहते आज नशा खुलेआम बिक रहा है क्यों बिक रहा है? क्योंकि नशा बेचने वालों के साथ सरकारें मिली हुई हैं, नौटंकी करते हैं,
एक नौटंकी कर रहा है कि FIR कर दी, और चन्नी साहब खूब घूम रहे हैं, मैंने FIR कर दी, वो खुलेआम घूम रहा है, पकड़ो उसको, हिम्मत नहीं है इनकी पकड़ने के लिए, ये सारे आपस में मिले हुए। ਸੋ ਇਹ ਜਿਹੜੀ ਗੱਲ ਆ ਇਹ ਲੋਕਾਂ 'ਚ ਇੱਕ ਘਰ ਕਰ ਰਹੀ ਹੈ ਜੀ, ਇਹਦਾ ਲੋਕਾਂ ਤੇ ਅਸਰ ਵੀ ਪੈ ਰਿਹਾ, ਔਰ ਜਿਹੜੀ ਫੀਡਬੈਕ ਆ ਰਹੀ ਹੈ ਆਮ ਆਦਮੀ ਪਾਰਟੀ ਨੂੰ ਔਰ ਸਾਨੂੰ ਵੀ, ਜਦੋਂ ਤੁਸੀਂ ਇਹ ਵਾਅਦਾ ਕਰਦੇ ਹੋ, ਲੋਕੀ ਬੇਸ਼ੱਕ ਵਾਅਦਿਆਂ ਦੇ ਉੱਤੇ ਜਿਹੜੇ ਸਿਆਸੀ ਨੇਤਾ ਨੇ ਉਹਨਾਂ ਦੇ ਵਾਅਦਿਆਂ ਦੇ ਉੱਤੇ ਤਾਂ ਇੰਨਾ ਯਕੀਨ ਨਹੀਂ ਕਰਦੇ, ਪਰ ਫਿਰ ਵੀ ਇੱਕ ਆਸ ਦੀ ਕਿਰਨ ਹੁੰਦੀ ਹੈ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਜੀ ਅਸੀਂ ਤੁਹਾਨੂੰ ਇੱਕ ਇਮਾਨਦਾਰ ਸਰਕਾਰ ਦਿਆਂਗੇ। ਜਿਹੜੀ ਸਰਕਾਰ ਇਮਾਨਦਾਰ ਹੋ ਜਾਏ, ਇਮਾਨਦਾਰੀ ਦੇ ਨਾਲ ਕੰਮ ਕਰਨਾ ਹੀ ਸ਼ੁਰੂ ਕਰ ਦੇਵੇ, ਹਰ ਇੱਕ ਮਹਿਕਮਾ ਆਪਣਾ ਇਮਾਨਦਾਰੀ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇ, ਕੋਈ ਵੱਡੀਆਂ ਗੱਲਾਂ ਨਹੀਂ ਹੁੰਦੀਆਂ, ਲੋਕਾਂ ਨੂੰ ਬਹੁਤ ਸਾਰੀ ਰਾਹਤ ਮਿਲਦੀ ਹੈ। ਸੋ ਇਸ ਦੇ ਉੱਤੇ ਜਿਹੜੀ ਹੈਗੀ ਆ ਪੂਰੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਕੈਂਪੇਨ ਹੈ, ਆਈ ਥਿੰਕ ਬੜੀ ਰਾਈਟ ਟਰੈਕ ਤੇ। ਤੇ ਇੱਕ ਜਿਹੜਾ ਗੱਲ ਹਮੇਸ਼ਾ ਆਮ ਆਦਮੀ ਪਾਰਟੀ ਦੇ ਖਿਲਾਫ ਹੁੰਦੀ ਹੈ ਕਿ ਜੀ ਬਾਹਰੋਂ ਆ ਗਏ, ਇਹ ਪੰਜਾਬੀ ਨਹੀਂ ਹੈਗੇ, ਨਾਨ ਪੰਜਾਬੀ ਨੇ, ਇਹ ਸਾਡੇ ਤੇ ਕਿਵੇਂ ਰਾਜ ਕਰ ਸਕਦੇ ਨੇ। ਪਰ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਗੱਲ ਨੂੰ ਸਮਝਿਆ ਜਾ ਰਿਹਾ ਤੇ ਹੁਣ ਉਹ ਕਹਿ ਰਹੇ ਨੇ ਕਿ ਕੈਂਪੇਨ ਦੌਰਾਨ ਜਿਹੜੇ ਲੋਕਲ ਬੰਦੇ ਨੇ, ਜਿਹੜੇ ਲੋਕਲ ਵਰਕਰਸ ਨੇ, ਉਹਨਾਂ ਦੀ ਸੁਣੀ ਜਾਏਗੀ। ਬਿਲਕੁਲ, ਇਹ ਪਿਛਲੀਆਂ ਜਿਹੜੀਆਂ 5 ਸਾਲ ਪਹਿਲਾਂ ਜਿਹੜੀ ਚੋਣਾਂ ਸੀ ਉਹਦੇ ਵਿੱਚ ਬਹੁਤ ਪ੍ਰੋਬਲਮ ਸੀ, ਔਰ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੋਨੋਂ ਜਾਣੇ ਇਹ ਕਹਿੰਦੇ ਰਹੇ ਆ ਕਿ ਅਸੀਂ ਪਿਛਲੇ ਵਾਰੀ ਵਾਲੀਆਂ ਗਲਤੀਆਂ ਨਹੀਂ ਦੁਹਰਾਵਾਂਗੇ, ਉਹਨਾਂ 'ਚ ਸੁਧਾਰ ਲਿਆਵਾਂਗੇ। ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਕਿ ਦੁਰਗੇਸ਼ ਪਾਠਕ, ਸੰਜੇ ਸਿੰਘ ਵਗੈਰਾ ਬਾਹਰੋਂ ਲੋਕੀ ਆ ਗਏ ਔਰ ਉਹ ਸਾਰਾ ਕੁਝ ਫੈਸਲੇ ਉਹੀਓ ਕਰਦੇ ਸੀ, ਔਰ ਇੱਥੇ ਤੱਕ ਸੀਗਾ ਕਿ ਪਿਛਲੀਆਂ ਜਿਹੜੀਆਂ 2017 ਦੀਆਂ ਚੋਣਾਂ ਸੀ, ਆਮ ਆਦਮੀ ਪਾਰਟੀ ਦੇ ਵਲੰਟੀਅਰਸ ਜਿਹੜੀਆਂ ਟੋਪੀਆਂ ਪਾ ਕੇ ਜਿਹਨਾਂ ਤੇ ਝਾੜੂ ਦਾ ਨਿਸ਼ਾਨ ਸੀ, ਉਹ ਬਾਹਰੋਂ ਆਏ ਹੋਏ ਦੂਸਰੀਆਂ ਸਟੇਟਸ ਤੋਂ ਆਏ ਹੋਏ, ਸਪੈਸ਼ਲੀ ਦਿੱਲੀ ਵਗੈਰਾ ਤੋਂ ਆ ਕੇ ਉਹ ਡੋਰ ਟੂ ਡੋਰ ਕੈਂਪੇਨ ਕਰ ਰਹੇ ਸੀ। ਪਰ ਐਤਕੀ ਜਿਹੜਾ ਹੈ ਉਹਦੇ 'ਚ ਟੋਟਲ ਉਲਟ ਕੰਮ ਕਰ ਰਹੇ। ਅਰਵਿੰਦ ਕੇਜਰੀਵਾਲ ਨੇ ਔਰ ਆਪਣੇ ਭਗਵੰਤ ਮਾਨ ਨੇ ਕਿਹਾ ਕਿ ਡੋਰ ਟੂ ਡੋਰ ਕੈਂਪੇਨ ਜਿੱਥੇ ਤੁਸੀਂ ਵੋਟਰਸ ਦੇ ਨਾਲ ਇੰਟਰੈਕਟ ਕਰਨਾ, ਉਹ ਲੋਕਲ ਵਰਕਰਸ ਔਰ ਲੋਕਲ ਵਲੰਟੀਅਰਸ ਹੀ ਕਰਨਗੇ। ਜਿਹੜੇ ਆਮ ਆਦਮੀ ਪਾਰਟੀ ਦੇ ਬਾਹਰੋਂ ਆਏ ਆ, ਜੋ ਦੂਸਰੀਆਂ ਸਟੇਟਸ 'ਚੋਂ ਆਏ ਆ, ਦਿੱਲੀ ਤੋਂ ਆਏ ਆ, ਉਹ ਦਫ਼ਤਰਾਂ 'ਚ ਬੈਠਣਗੇ, ਉਹ ਲੌਜਿਸਟਿਕਸ ਦੇਖਣਗੇ, ਉਹ IT ਵਾਲਾ ਕੰਮ ਦੇਖਣਗੇ, ਉਹ ਹਿਸਾਬ ਕਿਤਾਬ ਦੇ ਵਿੱਚ ਆਰਗੇਨਾਈਜ਼ ਕਰਨਗੇ, ਉਹ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਜਦੋਂ ਤੁਸੀਂ ਕੈਂਪੇਨ ਦੇ ਜਿਹੜੇ ਉਹ ਪਹਿਲੂ ਨੇ ਜਿਹਦੇ 'ਚ ਲੋਕਾਂ ਦੇ ਨਾਲ ਇੰਟਰੈਕਸ਼ਨ ਨਹੀਂ ਹੁੰਦਾ, ਉਹ ਉਧਰ ਰਹਿਣਗੇ। ਪਰ ਜਿਹੜਾ ਹੁਣ ਮੈਂ ਸਾਡੇ ਘਰੇ ਵੀ ਕੱਲ ਆਏ ਸੀ, ਉਹਦੇ ਵਿੱਚ ਮੈਂ ਦੇਖਿਆ ਕਿ ਲੋਕਲ ਕੈਂਪੇਨ ਕਰਨ ਵਾਲੇ ਸਾਡੇ ਗੁਆਂਢੀ ਹੋਈ ਸੀਗੇ, ਔਰ ਉਹ ਇੰਟਰੈਕਸ਼ਨ ਜਿਹੜਾ ਸੀ ਉਹ ਕਾਫੀ ਕਾਰਗਰ ਨਜ਼ਰ ਆਉਂਦਾ, ਤੇ ਤੁਹਾਨੂੰ ਇੱਕ ਐਸੋਸੀਏਸ਼ਨ ਹੁੰਦੀ ਹੈ। ਸੋ ਇੱਕ ਲੈਵਲ ਦੇ ਉੱਤੇ ਚੇਂਜ ਨਜ਼ਰ ਆ ਹੀ ਰਿਹਾ, ਤੇ ਔਰ ਉਹਦੇ ਵਿੱਚ ਜਿਹੜੇ ਹੈਗੇ ਸੀਨੀਅਰ ਲੀਡਰਸ ਨੇ ਜਿਹੜੇ, ਉਹਨਾਂ ਨੂੰ ਨਹੀਂ ਕਿਹਾ ਗਿਆ ਕਿ ਤੁਸੀਂ ਜਾ ਕੇ ਆਪਣੇ ਆਪ ਨੂੰ ਇੰਪੋਜ਼ ਕਰੋਗੇ, ਬਾਹਰਲਿਆਂ ਨੂੰ ਛੱਡ ਕੇ ਸੀਨੀਅਰ ਲੀਡਰਸ ਨੂੰ ਵੀ ਕਿਹਾ ਕਿ ਤੁਸੀਂ ਪਿੱਛੇ ਰਹੋ ਤੇ ਤੁਸੀਂ ਪਲੈਨਿੰਗ ਦੇ ਵਿੱਚ ਹਿੱਸਾ ਪਾਓ। ਔਰ ਇਹਦੇ ਕਰਕੇ ਹੀ ਜਿਹੜੀ ਹੈਗੀ ਆ, ਜਿਹੜਾ ਅਸੀਂ ਪਿਛਲੇ ਸਾਲ ਖਮਿਆਜ਼ਾ ਭੁਗਤਿਆ ਸੀ, ਉਹ ਜਿਹੜਾ ਹੈਗਾ ਉਹ ਨਾ ਦੁਹਰਾਇਆ ਜਾਵੇ। ਉਹ 'ਚੋਂ ਗਲਤੀਆਂ ਬਿਲਕੁਲ ਨਜ਼ਰ ਆ ਰਿਹਾ ਕਿ ਜਿਹੜੀਆਂ ਪਿਛਲੀ ਵਾਰੀ ਦੀਆਂ ਗਲਤੀਆਂ ਸੀ, ਉਹਦੇ ਤੋਂ ਕਾਫੀ ਸਬਕ ਆਮ ਆਦਮੀ ਪਾਰਟੀ ਨੇ ਲਿਆ ਵਾ, ਤੇ ਕੋਈ ਮੌਕਾ ਨਹੀਂ ਛੱਡ ਰਹੀ ਆਮ ਆਦਮੀ ਪਾਰਟੀ, ਜਿਹਦਾ ਆਈ ਥਿੰਕ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਕੈਂਪੇਨ ਆ, ਮੁਹਿੰਮ ਹੈ, ਉਹ ਤੇਜ਼ ਆਮ ਆਦਮੀ ਪਾਰਟੀ ਦੀ ਆ ਰਹੀ ਹੈ, ਔਰ ਇਹਦੇ ਕਲੋਜ਼ ਅਕਾਲੀ ਦਲ ਦੀ ਹੈ। ਬਾਕੀ ਪਾਰਟੀਆਂ ਦੀ ਕੈਂਪੇਨ ਹਾਲੇ ਤੱਕ ਨਜ਼ਰ ਨਹੀਂ ਆ ਰਹੀ, ਪਰ ਆਮ ਆਦਮੀ ਪਾਰਟੀ ਦੀ ਬਹੁਤ ਅਗਰੈਸਿਵ ਕੈਂਪੇਨ ਆਪਣੇ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਅਨਾਉਂਸ ਕਰਨ ਤੋਂ ਬਾਅਦ ਇਹਨਾਂ ਨੇ ਹੋਰ ਵੀ ਕਰ ਦਿੱਤੀ ਹੈ। ਇਹਦੇ ਵਿੱਚ ਤੁਸੀਂ ਇਹ ਦੇਖੋ, ਉਹਨਾਂ ਨੇ ਪਹਿਲਾਂ ਵਾਸੂ ਜੀ ਇਹ ਕਿਹਾ ਜਾਂਦਾ ਸੀ ਕਿ ਸ਼ਾਇਦ ਇਲੈਕਸ਼ਨ ਜਿੱਤ ਕੇ ਖੁਦ ਕੇਜਰੀਵਾਲ ਚੀਫ ਮਿਨਿਸਟਰ ਬਣ, ਹੁਣ ਉਹਨਾਂ ਨੇ ਦੱਸਦਾ ਜੀ ਸਾਡਾ ਚੀਫ ਮਿਨਿਸਟਰ ਪੰਜਾਬ ਤੋਂ ਹੀ ਆ। ਹੁਣ ਜਿਹੜੇ ਲੋਕਲ ਜਿਹੜੀ ਮੁਹਿੰਮ ਚਲਾਉਣ ਵਾਲੇ ਨੇ, ਕੈਂਪੇਨ ਚਲਾਉਣ ਵਾਲੇ ਨੇ, ਉਹ ਵੀ ਲੋਕਲ ਹੀ ਹੋਣਗੇ। ਸੋ ਲੋਕਲ ਲੈਵਲ ਦੇ ਉੱਤੇ ਕਾਫੀ ਹੱਦ ਤੱਕ ਇਹਨੂੰ ਆਪਣੀ ਸਿਆਸਤ ਨੂੰ ਔਰ ਜਿਹੜੀਆਂ ਪਿੱਛੇ ਪਾਬੰਦੀਆਂ ਲੱਗੀਆਂ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਓਵਰਕਮ ਕਰਨ 'ਚ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਨਾਲੋਂ ਇਸ ਵੇਲੇ ਅੱਗੇ ਨਜ਼ਰ ਆ ਰਹੀ ਲੱਗਦੀ। ਪੰਦੇਰ ਸਾਹਿਬ, ਤਕਰੀਬਨ 10 ਦਿਨ ਪਹਿਲਾਂ ਤੁਸੀਂ ਖਬਰ ਸਾਂਝੀ ਕੀਤੀ ਸੀ ਕਿ ਇਲੀਗਲ ਸੈਂਡ ਮਾਈਨਿੰਗ ਨੂੰ ਕੰਟਰੋਲ ਕਰਨ ਲਈ ED ਵੱਲੋਂ ਕਈ ਥਾਵਾਂ ਤੇ ਛਾਪੇ ਮਾਰੇ ਗਏ ਨੇ, ਤੇ ਤਾਂ ਕਿ ਜਿਹੜੀਆਂ ਕੀਮਤਾਂ ਘਟ ਸਕਣ, ਇਹ 'ਤੇ ਕੰਟਰੋਲ ਹੋ ਸਕੇ। ਪਰ ਹੁਣ ਖਬਰਾਂ ਆ ਰਹੀਆਂ ਕਿ ਰੇਤਾ ਮਹਿੰਗੀ ਹੋ ਗਈ। ਆਪਣੇ ਵਾਸੂ ਜੀ, ਇਹ ਜਿਹੜਾ ਰੇਤ ਦਾ ਜਿਹੜਾ ਗੈਰ ਕਾਨੂੰਨੀ ਧੰਦਾ ਹੈ, ਇਹ ਬੜਾ ਹੀ ਦਿਲਚਸਪ ਔਰ ਪੇਚੀਦਾ ਨਜ਼ਰ ਆ ਰਿਹਾ ਜੀ।
ਬਿਲਕੁਲ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜਦੋਂ ਚਰਨਜੀਤ ਚੰਨੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਉੱਤੇ ਛਾਪੇ ਪਏ ਔਰ ਸਾਰਾ ਫੜਿਆ ਗਿਆ, ਉਸ ਤੋਂ ਬਾਅਦ ਖਬਰਾਂ ਇਹ ਆਈਆਂ ਨੇ ਕਿ ਬਹੁਤ ਸਾਰੇ ਪੋਲੀਟੀਸ਼ੀਅਨਸ ਨੇ ਆਪਣੇ ਜਿਹੜੇ ਪੈਰੋਕਾਰ ਨੇ ਉਹ ਵੀ ਔਰ ਆਪਣੇ ਰਿਸ਼ਤੇਦਾਰਾਂ ਨੂੰ ਸਿੱਧਾ ਹੀ ਕਹਿਤਾ ਕਿ ਤੁਸੀਂ ਚੋਣਾਂ ਤੱਕ ਜਿਹੜੀ ਹੈਗੀ ਹੈ ਇਹ ਸੈਂਡ ਮਾਈਨਿੰਗ ਵਾਲਾ ਕੰਮ ਬੰਦ ਕਰ ਦਿਓ, ਰੇਤੇ ਦੀ ਖਨਨ ਬਿਲਕੁਲ ਬੰਦ ਕਰ ਦਿਓ। ਔਰ ਉਹਦੇ ਨਾਲ ਜਿਹੜੀ ਇਹ ਕਿਹਾ ਜਾਂਦਾ ਕਿ ਬਹੁਤ ਸਾਰੀਆਂ ਬਿਲਕੁਲ ਇਹ ਕੰਮ ਠੱਪ ਹੋ ਗਿਆ ਜੀ, ਤੇ ਰੇਤੇ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਉਸ ਤਰ੍ਹਾਂ ਬਾਅਦ ਦਸਤੂਰ ਜਾਰੀ ਹੈ ਤੇ ਉਹਦੇ ਨਾਲ ਕੋਈ 25% ਹੁਣ ਇਸ ਵੇਲੇ ਜਿਹੜੀ ਪ੍ਰਾਈਸਿਸ ਨੇ ਉਹ ਵੱਧ ਗਈਆਂ ਨੇ। ਤੇ ਜਿਹੜੀ ਕਿਹਾ ਜਾਂਦਾ ਸੀ ਕਿ ਜਿਹੜੀ ਪਿਛਲੇ ਦਿਨੀ ਜਦੋਂ ਆਪਣੇ ਮੁੱਖ ਮੰਤਰੀ ਚੰਨੀ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਸੂਬਾ ਸਰਕਾਰ ਨੇ ਜਿੱਥੇ ਸੈਂਡ ਪਿਟ ਹੈ ਜਿਹੜੀ ਉੱਥੇ ਕੀਮਤ ਨਿਰਧਾਰਿਤ ਕਰਤੀ ਸੀ 5.5 ਰੁਪਏ ਕਿਊਬਿਕ ਫੁੱਟ ਦੀ। ਉਸ ਤੋਂ ਬਾਅਦ ਕੀਮਤ ਜਿਹੜੀ ਬਾਜ਼ਾਰ ਦੇ ਵਿੱਚ ਸੀਗੀ ਜੀ ਉਹ ਵਿੱਚ ਤੁਸੀਂ ਉਹ ਪਾ ਦਿਓ, ਸਾਰੇ ਟੋਲ ਟੈਕਸ ਪਾ ਦਿਓ, ਜਿਹੜੀ ਲੇਬਰ ਵੀ ਪਾ ਕੇ ਟਰਾਂਸਪੋਰਟ ਚਾਰजेस ਪਾਉਣ ਤੋਂ ਬਾਅਦ ਉਹ 22 ਤੋਂ 24 ਰੁਪਏ ਕਿਊਬਿਕ ਫੁੱਟ ਵਿਕਣੀ ਸ਼ੁਰੂ ਹੋ ਗਈ ਸੀ ਰਿਟੇਲ ਦੇ ਵਿੱਚ। ਉਹਦੀ ਹੁਣ ਕੀਮਤ ਜਿਹੜੀ ਹੈ ਉਹ ਵੱਧ ਕੇ 28 ਤੋਂ 30 ਰੁਪਏ ਕਿਊਬਿਕ ਫੁੱਟ ਹੋ ਗਈ ਹੈ। ਇਹਦੇ ਵਿੱਚ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਡਿਸਟ੍ਰਿਕਟ ਮਾਈਨਿੰਗ ਅਫਸਰ ਨੇ ਉਹ ਕਹਿੰਦੇ ਜੀ ਕੋਈ ਸਾਡੇ ਕੋਲੇ ਕੋਈ ਖਾਸ ਇਨਫੋਰਮੇਸ਼ਨ ਨਹੀਂ ਹੈ ਰਿਟੇਲ ਦੇ ਬਾਰੇ, ਤੇ ਉਹ ਡਿਪਟੀ ਕਮਿਸ਼ਨਰ ਜਿਹੜੇ ਹੈਗੇ ਉਹ ਕਹਿੰਦੇ ਅਸੀਂ ਪਤਾ ਕਰਾਂਗੇ ਤੇ ਦੇਖਦੇ ਹਾਂ ਕਿ ਇਹਦੇ ਵਿੱਚ ਗੱਲ ਕੀ ਹੈ। ਸੋ ਕਈ ਜਿਹੜੇ ਡਿਸਟ੍ਰਿਕਟ ਜਾਂ ਜਿਹੜੀ ਪ੍ਰਸ਼ਾਸਨ ਆ ਉਹਨਾਂ ਦਾ ਇਹ ਕਹਿਣਾ ਕਿ ਹੁਣ ਜਿਹੜੇ ਰੇਤਾ ਵਾ ਉਹਨਾਂ ਦੇ ਇਲਾਕੇ 'ਚ ਤਾਂ ਨਹੀਂ ਇਲੀਗਲ ਹੋ ਰਹੀ ਪਰ ਬਾਹਰੋਂ ਆ ਰਹੀ ਹੈ। ਸੋ ਪਰ ਜਿਹੜੀ ਵੀ ਬਾਹਰੋਂ ਜਦੋਂ ਆ ਕੇ ਵਿਕਦੀ ਆ ਉਹਦੇ ਰੇਟ ਦੇ ਉੱਤੇ ਕੰਟਰੋਲ ਸਾਡਾ ਨਹੀਂ ਹੈਗਾ। ਸੋ ਇਹ ਸਾਰੀ ਦੀ ਸਾਰੀ ਗੱਲ ਫੇਰ ਉੱਥੇ ਮੁੜ ਕੇ ਕੇ ਆ ਜਾਂਦੀ ਹੈ ਕਿਉਂਕਿ ਡਰੇ ਹੋਏ ਸਿਆਸੀ ਲੀਡਰ ਕੇ ਐਨਫੋਰਸਮੈਂਟ ਡਾਇਰੈਕਟੋਰੇਟ, ਹੁਣ ਸਰਕਾਰ ਕਾਂਗਰਸ ਦੀ ਹੈ, ਐਨਫੋਰਸਮੈਂਟ ਡਾਇਰੈਕਟੋਰੇਟ ਬੀਜੇਪੀ ਕੋਲ ਹੈ, ਉਹਨਾਂ ਨੂੰ ਇਹ ਡਰ ਹੈ, ਹਰ ਇੱਕ ਨੂੰ ਆਪਦਾ ਪਾਲਾ ਮਾਰਦਾ ਕਿ ਜੇ ਹੁਣ ਉਹਨਾਂ ਦੇ ਉੱਤੇ ਕਿਤੇ ਗਾਜ ਨਾ ਗਿਰੇ ਆ ਕੇ ਤਾਂ ਨੁਕਸਾਨ ਨਾ ਹੋਵੇ। ਸੋ ਜਿਹੜਾ ਚਰਨਜੀਤ ਚੰਨੀ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਮੇਰਾ ਆਪਣੇ ਰਿਸ਼ਤੇਦਾਰਾਂ ਦੇ ਉੱਤੇ ਕੰਟਰੋਲ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਕਰਦੇ ਆ, ਉਹ ਹੁਣ ਇਸ ਤੋਂ ਵੀ ਜ਼ਾਹਿਰ ਹੋ ਰਿਹਾ ਕਿ ਸਾਰੇ ਜਿਹੜੇ ਬਾਕੀ ਦੇ ਪੋਲੀਟੀਸ਼ੀਅਨ ਨੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਰੋਕਤਾ ਤੇ ਬਿਜ਼ਨਸ ਦਾ ਜਿਹੜਾ ਵੀ ਇਹ ਧੰਦਾ ਸੀਗਾ ਸਪੈਸ਼ਲੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜਾ ਚੱਲ ਰਿਹਾ ਸੀ ਉਹਦੇ ਉੱਤੇ ਰੋਕ ਲੱਗ ਗਈ ਆ। ਈਵਨ ਕਹਿੰਦੇ ਡਰਦਿਆਂ ਨੇ ਕਈ ਤਾਂ ਕਾਨੂੰਨੀ ਜਿਹੜੇ ਇਸ ਵੇਲੇ ਅੱਜ ਕੱਲ੍ਹ ਕਾਰਵਾਈ ਜਿਹੜੀ ਆਉਂਦੀ ਹੈ ਟਿੱਪਰ ਸਾਰੇ ਉਹਨਾਂ ਨੇ ਬੰਦ ਕਰਤੇ। ਉਹਨਾਂ ਨੇ ਕਹਿੰਦੇ ਜੀ ਉਹ ਸਭ ਇਸ ਵੇਲੇ ਠੱਲ ਪਈ ਹੋਈ ਹੈ ਤੇ ਇਸ ਕਰਕੇ ਕੀਮਤ ਵੱਧ ਗਈ। ਸੋ ਬਿਲਕੁਲ ਵਾਸੂ ਜੀ ਬੜਾ ਦਿਲਚਸਪ ਗੱਲ ਹੈ ਕਿ ਜਦੋਂ ਕਾਨੂੰਨ ਵੀ ਆਪਣਾ ਸ਼ਿਕੰਜਾ ਟਾਈਟ ਕਰਦਾ ਉਹਦੇ ਨਾਲ ਵੀ ਜਿਹੜੀਆਂ ਹੈਗੀਆਂ ਕੀਮਤਾਂ ਪ੍ਰੋਡਕਟ ਦੀਆਂ ਚੜ੍ਹਨੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਇਹ ਸਿਸਟਮ ਹੀ ਬੜਾ ਪੇਚੀਦਾ। ਇਹਨੂੰ ਬਈ ਤੁਸੀਂ ਇਹ ਕਹੋ ਜੀ ਕਿ ਅਸੀਂ ਕਾਨੂੰਨ ਨੂੰ ਸਖਤੀ ਨਾਲ ਇੰਪਲੀਮੈਂਟ ਕਰਾਂਗੇ ਉਹਦੇ ਨਾਲ ਕੀਮਤਾਂ ਥੱਲੇ ਆ ਜਾਣਗੀਆਂ, ਜ਼ਰੂਰੀ ਨਹੀਂ ਹੈ। ਕਈ ਵਾਰੀ ਉਹਦਾ ਇਫੈਕਟ ਹੋਰ ਤਰ੍ਹਾਂ ਦੇ ਵੀ ਪੈ ਸਕਦੇ। ਪਰੇਸ਼ਾਨ ਆਮ ਆਦਮੀ ਨਹੀਂ ਹੋਣਾ। ਬਿਲਕੁਲ। ਸੋ ਹੁਣ ਭਾਰਤ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਵੱਲੋਂ ਇੱਕ ਬਿਆਨ ਦਿੱਤਾ ਗਿਆ, ਕਹਿੰਦੇ ਕਿ ਜਿਹੜੇ ਪਾਕਿਸਤਾਨ ਤੇ ਭਾਰਤ ਦੇ ਸ਼ਰਧਾਲੂ ਨੇ ਉਹ ਇੱਕ ਦੂਜੇ ਦੇ ਮੁਲਕ ਵਿੱਚ ਜਿਹੜੇ ਧਾਰਮਿਕ ਸਥਾਨਾਂ ਨੂੰ ਵਿਜ਼ਿਟ ਕਰ ਸਕਦੇ ਨੇ, ਉੱਥੇ ਜਾ ਕੇ ਮੱਥਾ ਟੇਕ ਸਕਦੇ ਨੇ। ਉਸ ਸੂਚੀ ਨੂੰ ਵਧਾਉਣ ਬਾਰੇ, ਉਹਦੇ ਵਿੱਚ ਹੋਰ ਵਾਧਾ ਕਰਨ ਬਾਰੇ ਕਹਿੰਦੇ ਗੱਲਬਾਤ ਕੀਤੀ ਜਾ ਸਕਦੀ ਹੈ, ਸਕੋਪ ਹੈਗਾ। ਵਾਸੂ ਜੀ ਮੈਨੂੰ ਜਿਹੜੀ ਜਾਣਕਾਰੀ ਆ ਉਹ ਬਈ ਇਹ ਡਿਸਕਸ਼ਨ ਆਲਰੇਡੀ ਚੱਲ ਰਹੀ ਹੈ। ਅੱਛਾ ਜੀ। ਤੇ ਕਾਫੀ ਦੇਰ ਤੋਂ ਸਪੈਸ਼ਲੀ ਜਦੋਂ ਤਾਲਿਬਾਨ ਦੀ ਸਰਕਾਰ ਅਫਗਾਨਿਸਤਾਨ 'ਚ ਬਣੀ ਹੈ ਉਸ ਤੋਂ ਪਹਿਲਾਂ ਤਾਂ ਜਿਹੜਾ ਸੀ ਕਾਫੀ ਕੜਤਨ ਸੀ। ਮੈਨੂੰ ਇਹ ਪਤਾ ਲੱਗਾ ਕਿ ਟੈਟੂ ਡਿਪਲੋਮੇਸੀ ਜਾਂ ਬੈਕਡੋਰ ਡਿਪਲੋਮੇਸੀ ਜਿਹੜੀ ਚੱਲਦੀ ਹੁੰਦੀ ਆ ਉਹਦੇ ਵਿੱਚ ਦੁਬਈ 'ਚ ਵੀ ਕਈ ਮੀਟਿੰਗਸ ਹੋਈਆਂ ਨੇ। ਭਾਰਤ ਔਰ ਪਾਕਿਸਤਾਨ ਦੇ ਜਿਹੜੇ ਡਿਪਲੋਮੈਟਿਕ ਚੈਨਲਸ ਨੇ ਉਹਨਾਂ ਨੇ ਖੋਲੀਆਂ ਨੇ। ਟ੍ਰੇਡ ਦੀ ਗੱਲ ਹੋ ਰਹੀ ਹੈ, ਬੜਾ ਪ੍ਰੈਸ਼ਰ ਪੈ ਰਿਹਾ ਭਾਰਤ ਵੱਲੋਂ ਸਪੈਸ਼ਲੀ ਪੰਜਾਬੀਆਂ ਵੱਲੋਂ ਕਿ ਜਿਹੜਾ ਬਾਰਡਰਾਂ ਖੋਲੋ ਟ੍ਰੇਡ ਵਾਸਤੇ ਕਾਫੀ ਦੇਰ ਤੋਂ ਬੰਦ ਹੈ ਤੇ ਸਰਕਾਰ ਕੋਈ ਨਾ ਕੋਈ ਤਰੀਕਾ ਲੱਭਣਾ ਚਾਹੁੰਦੀ ਹੈ। ਪਰ ਸਭ ਤੋਂ ਜਿਹੜਾ ਇਨੀਸ਼ੀਅਲ ਕੰਮ ਹੁੰਦਾ ਕਿ ਲੋਕਾਂ ਦੇ ਵਿੱਚ ਇੱਕ ਗੁੱਡਵਿਲ ਪੈਦਾ ਕਰਨ ਦਾ, ਉਹ ਹੈਗਾ ਜੀ ਜਿਹੜੀ ਧਾਰਮਿਕ ਸਥਾਨਾਂ ਦੀਆਂ ਜਿਹੜੀ ਆਪਾਂ ਪਿਲਗ੍ਰਿਮੇਜ ਕਹਿੰਦੇ ਆ ਉਹ ਹੈਗੀ ਆ। ਹੁਣ ਅਸੀਂ ਨਨਕਾਣਾ ਸਾਹਿਬ ਜਾਂਦੇ ਆ, ਸਿੱਖ ਸ਼ਰਧਾਲੂ ਜਾਂਦੇ ਆ, ਪੰਜਾ ਸਾਹਿਬ ਜਾਂਦੇ ਆ, ਹਿੰਦੂ ਸ਼ਰਧਾਲੂ ਜਿਹੜੇ ਹੈਗੇ ਕਟਾਸ ਰਾਜ ਜਾਂਦੇ ਆ, ਹੋਰ ਜਿਹੜੇ ਹੈਗੇ ਆ ਇਹੋ ਜਿਹੀਆਂ ਸਾਈਟਸ ਹੈਗੀਆਂ। ਪਾਕਿਸਤਾਨ ਤੋਂ ਲੋਕੀ ਆਪਣੇ ਖਵਾਜਾ ਅਜਮੇਰ ਸ਼ਰੀਫ ਆਉਂਦੇ ਆ, ਹੋਰ ਲਿਮਿਟਿਡ ਨੇ।
ਪਰ ਹੁਣ ਭਾਰਤ ਦੇ ਸਰਕਾਰ ਦੇ ਉਹ ਇੱਕ ਗੱਲ ਸੀ, ਪਿੱਛੇ ਜੇ ਇੱਕ ਡੈਲੀਗੇਸ਼ਨ ਹਿੰਦੂ ਪਿਲਗ੍ਰਿਮਸ ਦਾ ਸੀਗਾ ਜੋ ਕਰਾਚੀ ਤੋਂ ਭਾਰਤ ਆਉਣਾ ਚਾਹੁੰਦਾ ਸੀ। ਜਿਹੜੀਆਂ ਉਹਨਾਂ ਨੇ ਸਾਈਟਸ ਦੱਸੀਆਂ ਤਾਂ ਉਹ ਸਾਈਟਸ ਲਿਸਟ ਤੇ ਹੈ ਨਹੀਂ ਸੀ, ਤਾਂ ਭਾਰਤ ਵੱਲੋਂ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ। ਸੋ ਉਸ ਤੋਂ ਬਾਅਦ ਇਹ ਸ਼ੁਰੂ ਕੀਤਾ ਗਿਆ ਕਿ ਇਹ ਦੋਨੋਂ ਦੇਸ਼ ਆਪਣੇ ਦੇ ਨਾਲ ਵੀ ਜਿਹੜੀ ਡਿਮਾਂਡ ਨੂੰ ਰੱਖਦੇ ਹੋਏ ਔਰ ਲੌਜਿਸਟਿਕਸ ਰੱਖਦੇ ਹੋਣ ਔਰ ਜਿਹੜਾ ਕੋਵਿਡ ਦੀਆਂ ਪਾਬੰਦੀਆਂ ਨੇ, ਕੋਵਿਡ ਰਿਲੇਟਡ ਪਾਬੰਦੀਆਂ ਨੇ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਾਂ ਕਿਸ ਤਰ੍ਹਾਂ ਇਹ ਮੈਨੇਜ ਕੀਤਾ ਜਾ ਸਕਦਾ। ਭਾਰਤ ਦਾ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਮੈਨ ਨੇ ਕਿਹਾ ਅਸੀਂ ਤਿਆਰ ਆ, ਅਸੀਂ ਪੋਜ਼ਿਟਿਵ ਆ ਕਿ ਇਹ ਜਿਹੜੀ ਲਿਸਟ ਹੈ ਸ਼ਰਾਈਨਸ ਦੀ, ਜਿਹੜੀਆਂ ਧਾਰਮਿਕ ਸਥਾਨ ਨੇ ਜਿਹਦੇ 'ਚ ਇੱਕ ਦੂਜੇ ਦੇ ਜਿਹੜੇ ਸ਼ਰਧਾਲੂ ਨੇ ਉਹ ਜਾਣਾ ਚਾਹੁੰਦੇ ਨੇ, ਉਹ ਲਿਸਟ ਦੇ ਵਿੱਚ ਵਿਸਤਾਰ ਹੋਵੇ, ਵਾਧਾ ਕੀਤਾ ਜਾਵੇ। ਇਹਦੇ 'ਚ ਨਾਲ ਹੀ ਇੰਟਰਸਟਿੰਗ ਗੱਲ ਹੈ, ਤੁਸੀਂ ਵਾਸੂ ਜੀ ਯਾਦ ਰੱਖਿਆ, ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨੀ ਦੋ ਭਰਾ, ਉਹ ਬੜੀ ਵੱਡੀ ਉਹ ਤਸਵੀਰ ਆ, ਉਹਨਾਂ ਨੂੰ ਜੱਫੀ ਪਾ ਕੇ 75 ਸਾਲ ਤੋਂ ਜ਼ਿਆਦਾ ਉਮਰਾਂ ਵਾਲੇ ਦੋ ਬਜ਼ੁਰਗ ਨੇ, ਉਹ ਭਰਾ ਨੇ, ਸਪੈਸ਼ਲੀ ਸਿੱਕਾ ਖਾਨ ਔਰ ਉਹਨਾਂ ਦੇ ਬ੍ਰਦਰ ਮੁਹੰਮਦ ਸਦੀਕ, ਉਹ ਕਰਤਾਰਪੁਰ ਸਾਹਿਬ ਮਿਲਦੇ ਆ। ਔਰ ਉਦੋਂ ਬਾਅਦ ਚੋਂ ਹੁਣ ਪਾਕਿਸਤਾਨ ਸਰਕਾਰ ਨੇ ਸਿੱਕਾ ਖਾਨ ਜੋ ਇੱਥੋਂ ਬਠਿੰਡੇ ਦੇ ਕੋਲੇ ਰਹਿਣ ਵਾਲੇ ਨੇ, ਉਹਨਾਂ ਨੂੰ ਵੀਜ਼ਾ ਵੀ ਦੇ ਦਿੱਤਾ। ਹੁਣ ਇਹ ਜਿਹੜੀ ਧਾਰਮਿਕ ਜਿਹੜੀ ਹੈਗੀ ਆ, ਜਿਹੜੀ ਜਗ੍ਹਾ ਦੇ ਉੱਤੇ ਮਿਲਣਾ ਲੋਕਾਂ ਦਾ ਆਪਸ ਦੇ ਵਿੱਚ, ਉਹ ਇੱਕ ਭਾਈਚਾਰਕ ਸਾਂਝ ਆ, ਜਿਹੜੀ ਕੜੱਤਣ ਆ ਉਹਨੂੰ ਘਟਾਉਣ ਦੇ ਵਿੱਚ ਸਰਕਾਰਾਂ ਦਾ ਜਿਹੜੀ ਇੱਕ ਆਪਣਾ ਬੈਗੇਜ ਆ ਉਹਨੂੰ ਘਟਾਉਣ ਦੇ ਵਿੱਚ ਬਹੁਤ ਕਾਰਗਰ ਸਿੱਧ ਹੋ ਰਿਹਾ। ਸੋ ਇਹੋ ਜਿਹੇ ਅਗਰ ਇਨਸੀਡੈਂਟਸ ਜਾਂ ਇਹੋ ਜਿਹੀਆਂ ਪੋਜ਼ਿਟਿਵ ਸਟੋਰੀਜ਼ ਹੋਰ ਮਿਲਦੀਆਂ ਨੇ ਤਾਂ ਦੋਨਾਂ ਦੇਸ਼ਾਂ ਨੂੰ ਪੋਜ਼ਿਟਿਵ ਸਟੈਪ ਲੈਣ ਦੇ ਵਿੱਚ ਆਈ ਥਿੰਕ ਵਧੀਆ ਹੋਏਗਾ। ਔਰ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ, ਕਿਉਂਕਿ ਭਾਰਤ ਔਰ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ, ਸਪੈਸ਼ਲੀ ਕਸ਼ਮੀਰ ਦੇ ਕਾਰਨ, ਇਹ ਬਹੁਤ ਹੀ ਸੈਂਸਿਟਿਵ ਬਾਰਡਰ ਆ ਔਰ ਇਹਦੇ ਤੋਂ ਹਮੇਸ਼ਾ ਇੰਟਰਨੈਸ਼ਨਲ ਕਮਿਊਨਿਟੀ ਵੀ ਘਬਰਾਉਂਦੀ ਹੈ ਕਿ ਇਹਨਾਂ ਦੋਨਾਂ ਦੇਸ਼ ਜਿਨ੍ਹਾਂ ਦੇ ਕੋਲੇ ਐਟੋਮਿਕ ਹਥਿਆਰ ਨੇ, ਇਹ ਕਦੇ ਵੀ ਆਪਸ ਚ ਭਿੜ ਸਕਦੇ ਨੇ ਤੇ ਔਰ ਇੰਟਰਨੈਸ਼ਨਲ ਕ੍ਰਾਈਸਿਸ ਖੜਾ ਕਰ ਸਕਦੇ ਆ। ਉਹ ਜਿਹੜੀ ਆਪਸ ਚ ਇਹਨਾਂ ਦੇ ਡਿਫਰੈਂਸਿਸ ਨੇ ਉਹਨੂੰ ਘਟਾਉਣ ਦੇ ਵਿੱਚ ਇਹ ਰਿਲੀਜੀਅਸ ਜਿਹੜੀ ਹੈਗੀ ਹੈ ਟੂਰਿਜ਼ਮ ਬੜਾ ਪੋਜ਼ਿਟਿਵ ਰੋਲ ਅਦਾ ਕਰਦੀ ਹੈ, ਹਮੇਸ਼ਾ ਵਰਲਡ ਓਵਰ ਦੇਖਿਆ ਗਿਆ ਜੀ। ਪੰਦੇਰ ਸਾਹਿਬ, ਹੁਣ ਗੁਰਦਾਸਪੁਰ ਦੇ ਵਿੱਚ BSF ਵੱਲੋਂ 58 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜੀ। ਵਾਸੂ ਜੀ, ਇਹ ਇੱਕ ਐਨਕਾਊਂਟਰ ਹੋਇਆ ਗੁਰਦਾਸਪੁਰ ਦੇ ਬਾਰਡਰ ਦੇ ਨੇੜੇ, ਚੰਡੂ ਵਡਾਲਾ ਬਾਰਡਰ ਪੋਸਟ ਦੇ ਨੇੜੇ ਆ। ਉਹਨਾਂ ਨੂੰ ਰਾਤ ਨੂੰ ਕੋਈ ਮੂਵਮੈਂਟ ਦੇ ਜਿਹੜੀ ਹੈਗੀ ਆ, ਬੇਸ਼ੱਕ ਧੁੰਦ ਹੈ ਸਾਰੇ ਦਾ ਸਾਰਾ, ਤਾਂ BSF ਦੇ ਜਵਾਨਾਂ ਨੇ ਜਿਹੜੀ ਪੈਟਰੋਲ ਪਾਰਟੀ ਸੀ ਉਹਨਾਂ ਨੇ ਕੋਈ ਮੂਵਮੈਂਟ ਡਿਟੈਕਟ ਕੀਤੀ, ਤਾਂ ਉਹਨਾਂ ਨੇ ਜਦੋਂ ਚੈਲੰਜ ਕੀਤਾ ਤਾਂ ਜਿਹੜੇ ਇਹ ਤਸਕਰ ਸੀ ਉਹਨਾਂ ਵੱਲੋਂ ਗੋਲਾਬਾਰੀ ਸ਼ੁਰੂ ਕਰ ਦਿੱਤੀ ਗਈ, ਜਿਹਦੇ ਵਿੱਚ ਇੱਕ BSF ਦਾ ਜਵਾਨ, ਉਹਦੇ ਹੱਥ ਔਰ ਸਿਰ 'ਚ ਇੰਜਰੀਜ਼ ਆਈਆਂ ਨੇ। ਔਰ ਉਸ ਤੋਂ ਬਾਅਦ ਇਹ ਉੱਥੇ ਜਦੋਂ ਸਾਲੇ ਦਾ ਸਾਲਾ ਸੀ, ਪਾਕਿਸਤਾਨ ਸਾਈਡ ਤੋਂ ਜਿਹੜੇ ਸਮਗਲਰ ਸੀ ਉਹ ਵਾਪਸ ਮੁੜ ਗਏ। ਪਰ ਬਾਅਦ 'ਚ ਜਿਹੜੀ ਸਰਚ ਸੀਗੀ ਉਸ ਤੋਂ ਬਾਅਦ ਇਹ ਕੋਈ 47 ਪੈਕੇਟ ਹੀਰੋਇਨ ਦੇ ਮਿਲੇ ਔਰ ਕੋਈ 7 ਪੈਕੇਟ ਦੇ ਵਿੱਚ ਅਫੀਮ ਸੀ, ਨਾਲ ਜਿਹੜੇ ਸੀ ਪਿਸਤੌਲ ਵੀ ਮਿਲੇ ਆ ਤੇ ਹੋਰ ਕੋਈ ਕਹਿੰਦੇ 74 ਰਾਉਂਡ AK-47 ਦੇ ਸੀਗੇ ਜੀ, ਮੈਗਜ਼ੀਨ ਮਿਲੇ ਆ। ਤੇ ਇਹੋ ਜਿਹੇ ਕਈ ਲੈਵਲ ਦੇ ਉੱਤੇ ਉਹਨਾਂ ਨੇ ਕੀਤਾ। ਔਰ 15 ਫੁੱਟ ਲੰਬੀ ਇੱਕ ਪਲਾਸਟਿਕ ਦੀ ਪਾਈਪ ਸੀ, ਉਹ ਜਿਹਦੇ ਵਿੱਚੋਂ ਦੀ ਇਸ ਨੂੰ ਭੇਜਿਆ ਜਾ ਰਿਹਾ ਸੀ। ਸੋ ਬਿਲਕੁਲ ਇਸ ਗੱਲ ਦੀ ਸਾਰੇ ਸਾਹਮਣੇ ਗੱਲ ਆਉਂਦੀ ਆ, ਜਿਹੜੀ ਬੇਸ਼ੱਕ ਉਸ ਨੂੰ ਬੜਾ ਤਰਕ ਨਹੀਂ ਦਿੱਤਾ ਜਾਂਦਾ, ਲੋਕੀ ਉਸ ਨੂੰ ਸ਼ੱਕ ਦੀ ਨਿਗਾਹ ਨਾਲੇ ਦੇਖਦੇ ਆ। ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦੇ ਉੱਤੇ ਕਿਹਾ ਸੀ ਕਿ ਪਾਕਿਸਤਾਨ ਸਾਈਡ ਤੋਂ ਜਿਹੜਾ ਸਮਗਲਿੰਗ ਦਾ ਸਿਲਸਿਲਾ ਵਾ ਉਹ ਬਹੁਤ ਜ਼ਿਆਦਾ ਚੱਲਦਾ ਵਾ। ਪਿਛਲੇ ਦਿਨੀ ਤੁਸੀਂ ਇਹ ਦੇਖਿਆ ਹੋਣਾ, ਇੱਕ ਰਿਪੋਰਟ ਹੋਰ ਆਈ ਸੀਗੀ ਜੋ BSF ਨੇ ਦਿੱਤੀ ਸੀ, ਕੋਈ 100 ਦੇ ਆਸ-ਪਾਸ ਡਰੋਨਸ ਦੀ ਜਿਹੜੀ ਸੀ ਐਕਟੀਵਿਟੀ ਦੇਖਣ ਚ ਆਈ ਸੀ ਬਾਰਡਰ ਦੇ, ਇੰਟਰਨੈਸ਼ਨਲ ਬਾਰਡਰ ਸਾਰੇ ਦੇ ਖਿਲਾਫ ਦੇ ਆਸ-ਪਾਸ। ਉਹਦੇ ਚੋਂ 67 ਡਰੋਨ ਜਿਹੜੇ ਸੀ ਉਹ ਪੰਜਾਬ ਦੇ ਬਾਰਡਰ ਦੇ ਉੱਤੇ ਦੇਖੇ ਗਏ। ਸੋ ਉੱਥੇ ਉਹਨਾਂ ਨੂੰ ਮਾਰਿਆ ਵੀ ਗਿਆ ਔਰ ਉਹਦੇ ਡਰੋਨ ਦੇ ਥਰੂ ਹਥਿਆਰ ਔਰ ਡਰੱਗਸ ਵੀ ਪਹੁੰਚਾਈਆਂ ਜਾਂਦੀਆਂ ਨੇ। ਹੁਣ ਇੱਥੇ ਤੱਕ ਕਿਹਾ ਜਾਂਦਾ ਜਿਹੜੇ ਨਵੇਂ ਡਰੋਨਸ ਨੇ ਉਹ ਥੱਲੇ ਚੱਲਦੇ 30 ਕਿਲੋਮੀਟਰ ਤੱਕ ਅੰਦਰ ਆ ਕੇ ਤੁਹਾਡਾ ਉਹ ਆਪਣਾ ਡਿਲੀਵਰੀ ਕਰ ਸਕਦੇ ਆ। ਸੋ ਇੱਕ ਤਾਂ ਇਹ ਸਾਰੇ ਦਾ ਸਾਰਾ ਸਿਸਟਮ ਜਿਹੜਾ ਹੈਗਾ ਉਹ ਕਾਫੀ ਸਮਗਲਰ ਦਾ ਤਾਂ ਚੱਲਦਾ ਹੀ ਰਹਿੰਦਾ। ਔਰ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ, ਹੁਣ ਚੋਣਾਂ ਨੇ, ਹੀਰੋਇਨ ਦਾ ਆਉਣਾ
ਇਸ ਮੌਕੇ ਦੇ ਉੱਤੇ ਔਰ ਜਿਹੜਾ ਪਿਛਲੇ ਦਿਨੀ ਈਵਨ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਇਹ ਸਖਤੀ ਕਰਨ ਦੀ ਲੋੜ ਆ ਪ੍ਰਸ਼ਾਸਨ ਵੱਲੋਂ ਕਿ ਜਿਹੜੀਆਂ ਹੈਗੀਆਂ ਨਸ਼ੇ ਦੇ ਏਵਜ਼ ਦੇ ਵਿੱਚ ਵੋਟਾਂ ਨਾ ਖਰੀਦੀਆਂ ਜਾ ਸਕਣ। ਸੋ ਸਥਿਤੀ ਗੰਭੀਰ ਹੈ। ਇਹਦੇ ਨਾਲ ਜਿਹੜੀ ਨਸ਼ੇ ਦੀ ਜਿਹੜੀ ਪ੍ਰੋਬਲਮ ਉਹ ਤਾਂ ਬੇਸ਼ੱਕ ਗਲੋਬਲ ਹੈ, ਪੰਜਾਬ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਉਹਦੇ ਵਿੱਚ ਥੋੜੀ ਜਿਹੀ ਉਹ ਵੱਧ ਜਾਂਦੀ ਹੈ, ਤੇ ਕਿਉਂਕਿ ਲੋਕ ਇਹਦੇ 'ਚ ਗ੍ਰਿਫਤ ਦੇ ਵਿੱਚ ਬੇਸ਼ੱਕ ਸਰਕਾਰਾਂ ਨੇ ਕਿਹਾ ਜੀ ਅਸੀਂ ਇਹਨੂੰ ਰੋਕਣ ਦੀਆਂ ਬੜੀਆਂ ਕੰਮ ਕੀਤਾ, ਪਰ ਦੇਖਣ ਜਿਹੜੀ ਜ਼ਮੀਨੀ ਹਕੀਕਤ ਇਹੀ ਹੈ ਕਿ ਲੋਕ ਇਸ ਦੇ 'ਚ ਹੋਰ ਜ਼ਿਆਦਾ ਇਸ ਨੈੱਟ ਦੇ ਵਿੱਚ ਫਸਦੇ ਜਾ ਰਹੇ ਨਸ਼ੇ ਦੇ ਜਿਹੜਾ ਟੋਟਲ ਜਾਲ ਹੈ। ਪੰਦੇਰ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਹੁਣ ਸੋਮਵਾਰ ਨੂੰ ਫਿਰ ਗੱਲਬਾਤ ਹੋਏਗੀ। ਹੈਵ ਅ ਵੈਰੀ ਨਾਈਸ ਵੀਕਐਂਡ। ਯੂ ਟੂ ਸਾਰਿਆਂ ਨੂੰ, ਸਰੋਤਿਆਂ ਨੂੰ ਵੀ ਜੀ, ਹੈਵ ਅ ਗ੍ਰੇਟ ਵੀਕਐਂਡ। ਥੈਂਕ ਯੂ। ਸਟੇ ਸੇਫ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ।